ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਪਰਮ ਸਤਿਕਾਰਯੋਗ ਤਖਤ ਚਵਰ ਛਤਰ ਦੇ ਮਾਲਕ, ਜੁਗੋ ਜੁਗ ਅਟਲ, ਸਰਬਰੇ ਕਾਇਨਾਤ, ਵਾਲੀਏ ਕੁਲ ਆਲਮ, ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ, ਅਦਬ ਸਤਿਕਾਰ ਸਹਿਤ ਗੁਰਫਤਿਹ ਦੀ ਸਾਂਝ ਪਾਓ। ਦੋਵੇਂ ਹੱਥ ਜੋੜ ਕੇ ਸੁਰਤੀ ਦੇ ਨਾਲ ਸਤਿਗੁਰੂ ਜੀ ਨੂੰ ਨਮਸਕਾਰ ਕਰਦਿਆਂ ਹੋਇਆਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਸ਼ਾਂ ਦੇ ਪਵਿੱਤਰ ਜੀਵਨ ਦੀ ਵਿਚਾਰ ਆਪ ਜੀ ਸਰਵਣ ਕਰਦੇ ਆ ਰਹੇ ਹੋ। ਗੁਰਬਾਣੀ ਦੇ ਵਿੱਚ ਜੇ ਸਭ ਤੋਂ ਵੱਧ ਕਿਸੇ ਦਾ ਅਦਬ ਕੀਤਾ ਹੈ, ਜੇ ਸਭ ਤੋਂ ਵੱਧ ਕਿਸੇ ਨੂੰ ਸਤਿਕਾਰ ਦਿੱਤਾ ਹੈ, ਤਾਂ ਉਹ ਮਹਾਂਪੁਰਖਾਂ ਨੂੰ ਦਿੱਤਾ ਹੈ। ਬੜੇ ਬੜੇ ਸੰਸਾਰ ਦੇ ਉੱਤੇ ਰਾਜੇ ਮਹਾਰਾਜੇ ਚੱਕਰਵਰਤੀ ਬਾਦਸ਼ਾਹ ਹੋ ਕੇ ਚਲੇ ਗਏ, ਪਰ ਗੁਰਬਾਣੀ ਨੇ ਕਿਸੇ ਨੂੰ ਵਡਿਆਇਆ ਨਹੀਂ, ਗੁਰਬਾਣੀ ਨੇ ਕਿਸੇ ਦੀ ਉਸਤਤ ਨਹੀਂ ਕੀਤੀ। ਇੱਥੋਂ ਤੱਕ ਬਚਨ ਬਾਣੀ ਦੇ ਵਿੱਚ ਆਉਂਦੇ ਨੇ ਜੀ, ਵੱਡੇ ਵੱਡੇ ਜੋ ਦੀਸਹਿ ਲੋਗ ਤਿਨ ਕੋ ਵਿਆਪੇ ਚਿੰਤਾ ਰੂ। ਇਹ ਵੱਡੇ ਵੱਡੇ ਜਿਹੜੇ ਦਿਸਦੇ ਨੇ ਰਾਜੇ ਮਹਾਰਾਜੇ, ਇਹ ਠੀਕ ਹੈ, ਇਹਨਾਂ ਦੇ ਕੋਲੇ ਸੁੱਖ ਸੰਪਦਾ ਸਾਧਨ ਬਹੁਤ ਨੇ, ਪਰ ਸਾਧਨਾ ਦਾ ਹੋਣਾ ਇਸ ਗੱਲ ਦਾ ਭਾਵ ਨਹੀਂ ਵੀ ਇਹ ਸੁਖੀ ਨੇ। ਮਹਾਰਾਜ ਜੀ ਕਹਿੰਦੇ ਤੇ ਦੁਖੀ ਨੇ ਜੀ ਸਾਰੇ। ਜਗਿਆਸੂ ਪੁੱਛਦੇ ਮਹਾਰਾਜ ਜੀ ਇਹਨਾਂ ਨੂੰ ਕਿਹੜਾ ਦੁੱਖ ਲੱਗਿਆ ਹੋਇਆ? ਇਹ ਤਾਂ ਬੜੇ ਵਧੀਆ ਨੇ। ਮਹਾਰਾਜ ਕਹਿੰਦੇ ਇਹਨਾਂ ਸਾਰਿਆਂ ਨੂੰ ਚਿੰਤਾ ਦਾ ਰੋਗ ਚਿੰਬੜਿਆ ਹੋਇਆ, ਹਰ ਵੇਲੇ ਫਿਕਰਾਂ ਦੇ ਵਿੱਚ ਪਏ ਹੋਏ ਨੇ, ਹਰ ਵੇਲੇ ਚਿੰਤਾ ਦੇ ਵਿੱਚ ਗ੍ਰਸੇ ਹੋਏ ਨੇ। ਇਹ ਲੋਕ ਚਿੰਤਾ ਦਾ ਰੋਗ ਚਿੰਬੜਿਆ ਹੋਇਆ ਹੈ। ਸੋ ਜੀ ਕੋਈ ਸੁਖੀ ਵੀ ਹੈ? ਮਹਾਰਾਜ ਕਹਿੰਦੇ ਹਾਂ, ਇਸ ਸੰਸਾਰ ਦੇ ਉੱਤੇ ਜਿਹੜੇ ਨਾਮ ਜਪਣ ਵਾਲੇ, ਨਾਮ ਜਪਾਉਣ ਵਾਲੇ, ਨਾਮ ਦੇ ਰਸੀਏ ਮਹਾਂਪੁਰਖ ਹਨ, ਉਹ ਸੁਖੀ ਹਨ। ਬਾਕੀ ਕੋਈ ਸੁਖੀ ਨਹੀਂ ਹੈ, ਬਾਕੀ ਤਾਂ ਸਾਰੇ ਹੀ ਔਖੇ। ਤੋ ਐਸੇ ਸਤਪੁਰਸ਼ ਬ੍ਰਹਮ ਗਿਆਨੀ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਵਾਲੇ, ਉਹਨਾਂ ਦੇ ਪਵਿੱਤਰ ਜੀਵਨ ਦੀ ਕਥਾ ਵਿਚਾਰ ਆਪਾਂ ਪਿਛਲੇ ਤਕਰੀਬਨ 15 ਦਿਨ ਤੋਂ ਸਰਵਣ ਕਰਦੇ ਆ ਰਹੇ ਹਾਂ, ਵਿਚਾਰਦੇ ਆ ਰਹੇ ਹਾਂ। ਕਥੜੀਆਂ ਸੰਤਾਂ ਤੇ ਸੁਖਾਊ ਪੰਧੀਆਂ, ਰੱਬ ਦੇ ਪਿਆਰਿਆਂ ਦੀਆਂ ਕਥਾ ਕਹਾਣੀਆਂ ਜਿਸ ਵੇਲੇ ਸੁਣੀਆਂ ਜਾਂਦੀਆਂ, ਵਿਚਾਰੀਆਂ ਜਾਂਦੀਆਂ ਹਨ, ਤਾਂ ਉਹਨਾਂ ਦਾ ਜੀਵਨ ਤੇ ਬਹੁਤ ਗਹਿਰਾ ਅਸਰ ਹੁੰਦਾ ਹੈ। ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ, ਜਿਨ੍ਹਾਂ ਦਾ ਜੀਵਨ ਬਹੁਤ ਮਹਾਨ ਜੀਵਨ ਹੈ। ਸੋ ਆਪ ਜੀ ਮਹਾਂਪੁਰਖਾਂ ਦੇ ਜੀਵਨ ਕੌਤਕ ਤਰਤੀਬਵਾਰ ਸਰਵਣ ਕਰਦੇ ਆ ਰਹੇ ਹੋ। ਅੱਜ ਜੋ ਆਰੰਭਤਾ ਦੇ ਵਿੱਚ ਆਪਾਂ ਮਹਾਂਪੁਰਖਾਂ ਦਾ ਕੌਤਕ ਆਪ ਜੀ ਨੂੰ ਸਰਵਣ ਕਰਵਾ ਰਹੇ ਹਾਂ, ਉਹ ਇੱਕ ਅਜਿਹੇ ਮਨੁੱਖ ਦੇ ਨਾਲ ਵਾਪਰੀ ਹੋਈ ਘਟਨਾ ਹੈ ਜਿਸ ਦਾ ਜੀਵਨ ਗੁਰਮੁਖਾਂ ਵਾਲਾ ਜੀਵਨ ਨਹੀਂ ਸੀ, ਜਿਸ ਦਾ ਜੀਵਨ ਗੁਰਮਤਿ ਦੇ ਦਾਇਰੇ ਵਿੱਚ ਰਹਿਣ ਵਾਲਾ ਜੀਵਨ ਨਹੀਂ ਸੀ, ਜੋ ਕਿ ਇੱਕ ਡਾਕੂ ਸੀ। ਡਾਕੂ ਵੀ ਇਹੋ ਜਿਹਾ ਜਿਹਨੇ ਪਤਾ ਨਹੀਂ ਕਿੰਨੇ ਕੁ ਕਤਲ ਕੀਤੇ ਹੋਏ ਸੀ, ਕਿੰਨੇ ਕੁ ਡਾਕੇ ਮਾਰੇ ਹੋਏ ਸੀ।
ਇਹੋ ਜਿਹਾ ਮਨੁੱਖ। ਨਾਮ ਸੀ ਉਹਦਾ ਭਾਈ ਸੰਮਾ ਸਿੰਘ। ਹੁਣ ਸਰਕਾਰਾਂ ਦੇ ਡਰ ਦਾ ਮਾਰਾ ਇਹ ਭਗੌੜਾ ਹੋਇਆ ਸੀ। ਤਕਰੀਬਨ 4 ਸਾਲ ਇਹ ਨੱਠੇ ਭੱਜੇ ਇੱਧਰ ਉੱਧਰ ਫਿਰਦਾ ਰਿਹਾ। ਪਰ ਹੁਣ ਪਿੱਛੋਂ ਪਰਿਵਾਰ ਨੂੰ ਪੁਲਿਸ ਕਰਮਚਾਰੀਆਂ ਨੇ ਬਹੁਤ ਤੰਗੀ ਦਿੱਤੀ। ਕਦੇ ਘਰ ਵਾਲਿਆਂ ਨੂੰ ਪੁਲਿਸ ਚੌਂਕੀ ਲੈ ਜਾਣਾ, 2-2 3-3 ਦਿਨ ਰੱਖ ਕੇ ਛੱਡਣਾ। ਕਦੇ ਮਾਲ ਕੁਰਕੀ ਦੇ ਆਰਡਰ ਦੇ ਦੇਣੇ ਵੀ ਇਹਦਾ ਘਰ ਅਸਬਾਬ ਸਾਰਾ ਕੁਝ ਵੇਚ ਦਿੱਤਾ ਜਾਵੇ। ਹੁਣ ਘਰ ਦੇ ਵਿੱਚ ਬਾਲ ਬੱਚੇ ਛੋਟੇ ਛੋਟੇ ਸੀਗੇ। ਘਰ ਵਾਲੇ ਮਾਤਾ ਪਿਤਾ ਬਹੁਤ ਤੰਗ ਆ ਗਏ, ਗੁਜ਼ਾਰਾ ਵੀ ਔਖਾ ਹੋ ਗਿਆ। ਅਖੀਰ ਸੰਮਾ ਸਿੰਘ ਦੀ ਮਾਤਾ ਸੰਤੋ, ਮਾਮੀ ਦਿਆਲ ਕੌਰ, ਇਹ ਸ਼ਰਧਾ ਅਤੇ ਸਿਦਕ ਪ੍ਰੇਮ ਧਾਰ ਕੇ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਆਈਆਂ। ਦੇਖੋ, ਆਪਣਾ ਸਾਰਿਆਂ ਦਾ ਸੁਭਾਅ ਹੁੰਦਾ ਹੈ ਭਲਿਆਂ ਨਾਲ ਭਲਾਈ ਕਰਨੀ, ਕਹਿੰਦੇ ਸਭ ਸਿਆਣੇ। ਜੇ ਕੋਈ ਭਲਾ ਲੋਕ ਹੈ ਉਹਦੇ ਨਾਲ ਭਲਾਈ ਕਰਦੇ ਹਾਂ, ਪਰ ਬੁਰਿਆਂ ਨਾਲ ਭਲਾਈ ਕਰਨੀ ਇਹ ਗੁਰੂ ਨਾਨਕ ਜਾਣਿਆ। ਕਿਸੇ ਦੇ ਔਗਣ ਜਾਣਦਿਆਂ ਹੋਇਆਂ ਵੀ ਫਿਰ ਵੀ ਉਹਦਾ ਭਲਾ ਕਰ ਦੇਣਾ, ਇਹ ਤੇ ਕੇਵਲ ਗੁਰੂ ਨਾਨਕ ਦੇ ਘਰ ਵਿੱਚੋਂ ਹੀ ਇਹ ਗੱਲ ਲੱਭੀ ਜਾ ਸਕਦੀ ਹੈ। ਹੁਣ ਇਹਨਾਂ ਦੋਵਾਂ ਨੇ ਆ ਕੇ ਸੰਤਾਂ ਦੇ ਚਰਨਾਂ ਤੇ ਨਮਸਕਾਰ ਕੀਤੀ, ਗਲ ਵਿੱਚ ਪੱਲਾ ਪਾ ਕੇ ਹੱਥ ਜੋੜ ਕੇ ਤਰਲੇ ਕਰਨ ਲੱਗੀਆਂ, ਬਹੁਤ ਬੇਨਤੀਆਂ ਕੀਤੀਆਂ। ਬੇਨਤੀਆਂ ਮਹਾਂਪੁਰਖ ਸੁਣਦੇ ਰਹੇ। ਉਸ ਤੋਂ ਬਾਅਦ ਮਹਾਰਾਜ ਹੱਸ ਕੇ ਕਹਿੰਦੇ, ਬੀਬੀ ਜੀ ਤੁਸੀਂ ਐਂ ਕਰੋ, ਬਾਬਾ ਈਸ਼ਰ ਸਿੰਘ ਜੀ ਨੂੰ ਕਿਸੇ ਤਰ੍ਹਾਂ ਮਨਾ ਕੇ ਉਹਨਾਂ ਦੇ ਕੋਲੋਂ ਕਹਾ ਲਓ। ਜੇ ਉਹਨਾਂ ਨੇ ਕਹਿਤਾ ਨਾ ਤਾਂ ਫਿਰ ਸੰਮਾ ਸਿੰਘ ਸਾਰੇ ਕੇਸਾਂ ਵਿੱਚੋਂ ਬਰੀ ਹੋ ਜਾਏਗਾ, ਜ਼ਰੂਰ ਹੀ ਬਰੀ ਹੋ ਜਾਏਗਾ ਜੇ ਮਹਾਂਪੁਰਖ ਇੱਕ ਵਾਰੀ ਕਹਿ ਦੇਣ ਬਾਬਾ ਈਸ਼ਰ ਸਿੰਘ ਜੀ। ਹੁਣ ਮਾਈ ਸੰਤੋ ਤੇ ਦਿਆਲ ਕੌਰ ਦੋਨੋਂ ਹੀ ਬਾਬਾ ਜੀ ਦੇ ਚਰਨਾਂ ਦੇ ਵਿੱਚ ਆ ਗਏ, ਆ ਕੇ ਬੇਨਤੀਆਂ ਕਰ ਲੱਗੀਆਂ। ਪਰ ਬਾਬਾ ਜੀ ਨੇ ਇਹਨਾਂ ਵੱਲ ਧਿਆਨ ਹੀ ਨਾ ਦਿੱਤਾ, ਨਾ ਇਹਨਾਂ ਦੀ ਕੋਈ ਗੱਲ ਸੁਣੀ। ਬਾਬਾ ਜੋਧ ਸਿੰਘ ਜੀ ਉਸ ਵੇਲੇ ਸੇਵਾ ਦੇ ਵਿੱਚ ਉੱਥੇ ਹਾਜ਼ਰ ਹੁੰਦੇ ਸੀ। ਇਹ ਸਾਰੀ ਕਹਾਣੀ ਉਹਨਾਂ ਨੇ ਆਪਣੇ ਅੱਖੀਂ ਡਿੱਠੀ। ਕਾਫੀ ਦੇਰ ਜਦ ਬੇਨਤੀਆਂ ਕਰਦਿਆਂ ਨੂੰ, ਮਿੰਨਤਾਂ ਕਰਦਿਆਂ ਨੂੰ ਹੋ ਗਈ, ਤਾਂ ਬਾਬਾ ਜੀ, ਬਾਬਾ ਈਸ਼ਰ ਸਿੰਘ ਜੀ ਬਾਬਾ ਜੋਧ ਸਿੰਘ ਵੱਲ ਨੂੰ ਦੇਖ ਕੇ ਕਹਿੰਦੇ, ਭਾਊ ਸੰਮਾ ਸਿੰਘ ਨੇ ਪਾਪ ਬੜੇ ਕੀਤੇ ਆ ਤੇ ਇਹਨੂੰ ਕਿਵੇਂ ਬਚਾ ਦਈਏ, ਇੰਨੇ ਪਾਪ ਕੀਤੇ ਹੋਏ। ਗੱਲਬਾਤ ਕੀਤੀ ਤਾਂ ਸਹੀ ਮਹਾਂਪੁਰਖਾਂ ਨੇ, ਪਰ ਬਾਬਾ ਜੋਧ ਸਿੰਘ ਦੇ ਰਾਹੀਂ ਇਸ ਤਰ੍ਹਾਂ ਸਾਰਾ ਦਿਨ ਬੀਤ ਗਿਆ। ਗਰਮੀ ਦੀ ਰੁੱਤ ਸੀ। ਦੋਨੋਂ ਬੀਬੀਆਂ ਮਹਾਂਪੁਰਖਾਂ ਨੂੰ ਸਾਰਾ ਦਿਨ ਪੱਖਾ ਝੱਲਦੀਆਂ ਰਹੀਆਂ, ਸੇਵਾ ਕਰਦੀਆਂ ਰਹੀਆਂ। ਇਸ ਤਰ੍ਹਾਂ ਰਾਤ ਵੀ ਬੀਤ ਗਈ, ਅੰਮ੍ਰਿਤ ਵੇਲਾ ਹੋਇਆ। ਸੰਤ ਮਹਾਰਾਜ ਜੀ ਦਾ ਇਸ਼ਨਾਨ ਵੀ ਇਹਨਾਂ ਬੀਬੀਆਂ ਨੇ ਉਸ ਦਿਨ ਸੇਵਾ ਕੀਤੀ, ਇਸ਼ਨਾਨ ਕਰਾਇਆ ਮਹਾਂਪੁਰਖਾਂ ਦਾ। ਤਾਂ ਸੰਤ ਮਹਾਰਾਜ ਬਾਅਦ ਦੇ ਵਿੱਚ ਆਪਣੇ ਸਿਮਰਨ ਅਭਿਆਸ ਸਮਾਧੀ ਸਥਿਤ ਹੋ ਗਏ। ਇਹ ਬੀਬੀਆਂ ਵੀ ਬੈਠੀਆਂ ਹੱਥ ਜੋੜ ਕੇ। ਸੂਰਜ ਨਿਕਲਿਆ, ਸੰਤ ਮਹਾਰਾਜ ਸਮਾਧੀ ਤੋਂ ਆਸਾਨ ਹੋਏ। ਫਿਰ ਇਹਨਾਂ ਨੇ ਬੇਨਤੀ ਕੀਤੀ, ਬਾਬਾ ਜੀ, ਮਹਾਰਾਜ ਜੀ ਕਿਰਪਾ ਕਰੋ। ਸੰਤ ਕਹਿੰਦੇ, ਤੁਹਾਨੂੰ ਤਾਂ ਅਸੀਂ ਜੁਗਤੀ ਦੱਸੀ ਆ ਵੀ ਜਿਵੇਂ ਕਿਵੇਂ ਕਰਕੇ ਇੱਕ ਵਾਰੀ ਬਾਬਾ ਈਸ਼ਰ ਸਿੰਘ ਜੀ ਤੋਂ ਬਚਨ ਕਰਾ ਲਓ। ਜੇ ਬਾਬਾ ਈਸ਼ਰ ਸਿੰਘ ਜੀ ਨੇ ਬਚਨ ਕਰਤਾ ਫਿਰ ਉਹ ਬਰੀ ਹੋ ਜਾਊਗਾ। ਇਹ ਬੀਬੀਆਂ ਤਕਰੀਬਨ ਦਿਨ ਦੇ 10 ਵਜੇ ਫਿਰ ਬਾਬਾ ਜੀ ਦੇ ਕੋਲ ਆ ਗਈਆਂ, ਫਿਰ ਲੱਗੀਆਂ ਬੇਨਤੀਆਂ ਕਰਨ। ਹੁਣ 2 ਘੰਟੇ ਵਾਸਤੇ ਪਾਉਂਦੀਆਂ ਰਹੀਆਂ ਬੀਬੀਆਂ। ਬਾਬਾ ਜੀ ਇਹਨਾਂ ਨੂੰ ਟਾਲ ਮਟੋਲ ਕਰੀ ਜਾਂਦੇ। ਅਖੀਰ ਬਾਬਾ ਜੀ ਨੇ ਬਾਬਾ ਜੋਧ ਸਿੰਘ ਨੂੰ ਆਖਿਆ, ਚੱਲ ਕਾਕਾ ਆਪਾਂ ਇਧਰ ਬਾਗ ਵੱਲ ਜਾ ਕੇ ਆਈਏ। ਮਹਾਂਪੁਰਖ ਬਾਗ ਵੱਲ ਨੂੰ ਤੁਰ ਪਏ, ਇਹ ਬੀਬੀਆਂ ਵੀ ਮਗਰ ਮਗਰ ਤੁਰ ਪਈਆਂ। ਮਹਾਂਪੁਰਖਾਂ ਦੇ ਹੱਥ ਵਿੱਚ ਇੱਕ ਹੱਥ 'ਚ ਸੋਟਾ ਸੀ, ਦੂਜਾ ਹੱਥ ਬਾਬਾ ਜੋਧ ਸਿੰਘ ਦੇ ਮੋਢੇ ਤੇ ਰੱਖਿਆ ਹੋਇਆ ਸੀ। ਤੁਰਦੇ ਤੁਰਦੇ ਡੇਰੇ ਤੋਂ ਉੱਤਰ ਦੀ ਦਿਸ਼ਾ ਦੇ ਵਿੱਚ ਚਲੇ ਗਏ। ਇਹ ਬੀਬੀਆਂ ਵੀ ਮਗਰੇ ਤੁਰੀਆਂ ਰਹੀਆਂ।
ਤਾਂ ਡੇਰੇ ਤੋਂ ਬਾਹਰ 10 ਕੁ ਕਰਮਾਂ ਤੇ 2 ਟਾਹਲੀਆਂ ਜੌੜੀਆਂ ਬੜੀਆਂ ਭਾਰੀਆਂ ਸੀ, ਸਿੱਧੀਆਂ ਤੀਰ ਵਾਂਗ। ਇਹਨਾਂ ਟਾਹਲੀਆਂ ਨੂੰ ਕੋਈ ਬਿੰਗ ਵਲ ਨਹੀਂ ਸੀ। ਅੱਗੇ ਵੀ ਬਾਬਾ ਜੀ ਕਈ ਵਾਰੀ ਇਹਨਾਂ ਟਾਹਲੀਆਂ ਦੇ ਕੋਲ ਆ ਜਾਂਦੇ ਤੇ ਨਿਗਾਹ ਉੱਚੀ ਚੱਕ ਕੇ ਟਾਹਲੀਆਂ ਨੂੰ ਦੇਖਦੇ ਤੇ ਨਾਲੇ ਕਹਿੰਦੇ, ਜੋੜੀਆਂ ਜੱਗ ਥੋੜੀਆਂ ਨਰੜ ਬਥੇਰੇ। ਅੱਜ ਵੀ ਇਹਨਾਂ ਟਾਹਲੀਆਂ ਦੇ ਕੋਲ ਆ ਕੇ ਪ੍ਰਕਰਮਾਂ ਕੀਤੀਆਂ ਤੇ ਦੋਏ ਹੱਥ ਜੋੜ ਕੇ ਆਖਣ ਲੱਗੇ, ਭੈਣੋ ਟਾਹਲੀਓ, ਇਹਨਾਂ ਬੀਬੀਆਂ ਦਾ ਪੁੱਤ ਬਰੀ ਹੋ ਜਾਊ। ਨਾਲ ਹੀ ਬਾਬਾ ਜੀ ਨੇ ਟਾਹਲੀਆਂ ਦੀਆਂ ਪ੍ਰਕਰਮਾਂ ਕੀਤੀਆਂ, ਬੀਬੀਆਂ ਵੀ ਮਗਰ ਮਗਰ ਪ੍ਰਕਰਮਾਂ ਕਰੀ ਗਈਆਂ। ਜਦ 5-6 ਮਿੰਟ ਬਾਬਾ ਜੀ ਨੂੰ ਇਸੇ ਤਰ੍ਹਾਂ ਕਰਦਿਆਂ ਹੋ ਗਏ ਤਾਂ ਇਹਨਾਂ ਬੀਬੀਆਂ ਨੇ ਬਾਬਾ ਜੋਧ ਸਿੰਘ ਨੂੰ ਕਿਹਾ, ਵੀਰਾ ਤੂੰ ਜਰਾ ਕਿੱਥੋਂ ਪਰੇ ਹੋ ਜਾ। ਹੁਣ ਬਾਬਾ ਜੋਧ ਸਿੰਘ ਉਹਨਾਂ ਦਾ ਬਚਨ ਮੰਨ ਕੇ ਤੇ ਥੋੜਾ ਜਿਹਾ ਪਰੇ ਹੋ ਗਿਆ। ਉਸ ਵੇਲੇ ਬੀਬੀਆਂ ਨੇ ਜੋ ਸੰਤ ਮਹਾਰਾਜ ਨੇ ਜੁਗਤੀ ਕਹੀ ਸੀ ਵੀ ਕਿਸੇ ਤਰ੍ਹਾਂ ਬਾਬਾ ਈਸ਼ਰ ਸਿੰਘ ਜੀ ਦੇ ਕੋਲੋਂ ਕਹਾ ਲਾ। ਹੁਣ ਪ੍ਰੇਮ ਦੇ ਵਿੱਚ ਕੋਈ ਸ਼ਰ੍ਹਾ ਨਹੀਂ ਹੁੰਦੀ, ਕੋਈ ਨੇਮ ਨਹੀਂ ਹੁੰਦਾ। ਇਹਨਾਂ ਨੇ ਮਹਾਂਪੁਰਖਾਂ ਨੂੰ ਚਰਨਾਂ ਤੋਂ ਫੜ ਲਿਆ। ਬਾਬਾ ਈਸ਼ਰ ਸਿੰਘ ਚਰਨਾਂ ਤੋਂ ਫੜ ਲਿਆ ਤੇ ਲੱਤਾਂ ਤੋਂ ਚਰਨਾਂ ਤੋਂ ਪਕੜ ਕੇ ਬਾਬਾ ਜੀ ਨੂੰ ਘੜੀਸਣਾ ਸ਼ੁਰੂ ਕਰ ਦਿੱਤਾ। ਦੇਖੋ ਪ੍ਰੇਮ ਦੀ ਹੱਦ, ਘੜੀਸਦੀਆਂ ਲੈ ਗਈਆਂ। ਬਾਬਾ ਜੀ ਆਵਾਜ਼ਾਂ ਮਾਰਦੇ, ਭਾਊ ਕਿੱਥੇ ਚਲਿਆ ਗਿਆ, ਛਡਾ ਮੈਨੂੰ ਇਹਨਾਂ ਦੇ ਕੋਲੋਂ। ਗਾਲਾਂ ਵੀ ਬਾਬਾ ਜੀ ਦੇ ਰਹੇ, ਪਰ ਹੁਣ ਕੌਣ ਸੁਣੇ ਤੇ ਕੌਣ ਛਡਾਵੇ। 20 ਕਰਮ ਜਦੋਂ ਬੀਬੀਆਂ ਘੜੀਸਦੀਆਂ ਲੈ ਗਈਆਂ, ਬਾਬਾ ਜੀ ਕਹਿੰਦੇ, ਅੱਛਾ ਭਾਊ ਹੁਣ ਮੈਨੂੰ ਛੱਡ ਦਿਓ, ਮੈਂ ਕਹਿ ਦਿੰਨਾ ਮੈਨੂੰ ਹੁਣ ਛੱਡ ਦਿਓ ਤੁਸੀਂ। ਬੀਬੀਆਂ ਨੇ ਛੱਡਿਆ। ਫਿਰ ਬਾਬਾ ਜੀ ਉੱਠੇ, ਫਿਰ ਉਹਨਾਂ ਟਾਹਲੀਆਂ ਦੇ ਕੋਲ ਆ ਗਏ, ਫਿਰ ਪ੍ਰਕਰਮਾ ਕੀਤੀ, ਫਿਰ ਉਹੀ ਬਚਨ, ਦੱਸੋ ਭੈਣੋ ਟਾਹਲੀਓ, ਇਹਨਾਂ ਦਾ ਪੁੱਤ ਬਰੀ ਹੋ ਜਾਊ। ਹੁਣ ਇਹ ਬੀਬੀਆਂ ਪਹਿਲਾਂ ਤੋਂ ਡੇਰੇ ਆਉਂਦੀਆਂ ਸੀ ਤੇ ਬਾਬਾ ਜੀ ਦੇ ਵਾਕਫ ਸੀਗੀਆਂ। ਇਹ ਬਾਬਾ ਜੀ ਸਾਨੂੰ ਭੁੱਲ ਭੁਲਈਆ ਜਾਣ ਕੇ ਟਾਲਮ ਟੋਲੀਆਂ ਕਰੀ ਜਾਂਦੇ ਆ। ਇਹਨਾਂ ਨੇ ਬਾਬਾ ਜੀ ਨੂੰ ਫੇਰ ਚਰਨਾਂ ਤੋਂ ਫੜ ਕੇ ਘੜੀਸਣਾ ਸ਼ੁਰੂ ਕਰਤਾ। 3 ਵਾਰੀ ਇਦਾਂ ਕੀਤੀ। 3 ਵਾਰੀ ਕਰਨ ਤੋਂ ਬਾਅਦ ਫਿਰ ਮਹਾਂਪੁਰਖ ਹੱਸ ਕੇ ਕਹਿੰਦੇ, ਜਾਓ ਬੀਬੀ ਸੰਤੋ, ਸੰਮਾ ਸਿੰਘ ਬਰੀ ਬਰੀ ਬਰੀ। 3 ਵਾਰੀ ਕਿਹਾ। ਤੇ ਉਸ ਵੇਲੇ ਕਹਿੰਦੇ, ਅੱਛਾ ਭਾਊ ਹੁਣ ਤੁਸੀਂ ਡੇਰੇ ਨੂੰ ਜਾਓ, ਅਸੀਂ ਵੀ ਆਉਨੇ ਆ। ਤੇ ਬਾਬਾ ਜੋਧ ਸਿੰਘ ਜੀ ਉਸ ਵੇਲੇ ਫਿਰ ਬਾਬਾ ਜੀ ਦੇ ਸਾਹਮਣੇ ਆ ਕੇ ਕਹਿੰਦੇ, ਭਾਊ ਤੈਨੂੰ ਬਹੁਤ ਆਵਾਜ਼ਾਂ ਮਾਰੀਆਂ, ਤੂੰ ਕਿੱਥੇ ਗਿਆ ਸੀ। ਤਾਂ ਹੁਣ ਇਹ ਦੋਨੋਂ ਬੀਬੀਆਂ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਦੇ ਕੋਲ ਆ ਗਈਆਂ ਤੇ ਦੱਸਿਆ ਵੀ ਕਿਵੇਂ ਵਰ ਲਿਆ ਸੰਤਾਂ ਕੋਲੋਂ। ਬਾਬਾ ਜੀ ਬੜੇ ਖਿੜ ਕੇ ਹੱਸੇ। ਬਾਬਾ ਜੀ ਕਹਿਣ ਲੱਗੇ, ਕਹਿੰਦੇ ਮਹਾਂਪੁਰਖਾਂ ਦੀ ਵੀ ਅਗਾਧ ਗਤੀ ਹੁੰਦੀ, ਅਨਭੋਲ ਜੀਵ ਸਮਝ ਨਹੀਂ ਸਕਦੇ। ਮਹਾਂਪੁਰਸ਼ਾਂ ਨੇ 3 ਵਾਰੀ ਜਿਹੜਾ ਕੌਤਕ ਰਚਿਆ ਨਾ, 3 ਵਾਰੀ ਤੁਸੀਂ ਜਿਹੜਾ ਮਹਾਂਪੁਰਖਾਂ ਨੂੰ ਘੜੀਸਿਆ, ਸਮਝੋ ਵੀ ਮਹਾਂਪੁਰਖਾਂ ਨੇ ਉਹ 3 ਵਾਰੀ ਤੁਹਾਡੇ ਕੋਲੋਂ ਕੌਤਕ ਕਰਾ ਕੇ ਤੇ ਸੰਮਾ ਸਿੰਘ ਦੇ ਸਾਰੇ ਜਿਹੜੇ ਪਾਪ ਸੀ ਉਹਨਾਂ ਨੂੰ ਖਤਮ ਕਰ ਦਿੱਤਾ, ਉਹਨਾਂ ਨੂੰ ਨਾਸ਼ ਕਰ ਦਿੱਤਾ। ਹੁਣ ਜੇ ਮਹਾਂਪੁਰਖਾਂ ਨੇ ਬਚਨ ਕੀਤਾ ਹੈ ਤਾਂ ਸੰਮਾ ਸਿੰਘ ਜ਼ਰੂਰ ਬਰੀ ਹੋਵੇਗਾ। ਸੋ ਇਸ ਤਰ੍ਹਾਂ ਸਮਾਂ ਪੈਣ ਤੇ ਹੁਣ ਇਹ ਜਿਹੜਾ ਸੰਮਾ ਸਿੰਘ ਡਾਕੂ ਸੀ, ਇਹ ਸਾਧੂ ਦਾ ਭੇਸ ਧਾਰ ਕੇ, ਫਕੀਰੀ ਬਾਣਾ ਪਾ ਕੇ, ਕੇਸ ਬਾਮਰੀਆਂ ਬਣਾ ਕੇ ਤੇ ਚੰਦਨ ਦੇ ਤਿਲਕ ਆਦਿਕ ਲਾ ਕੇ ਸਾਧੂ ਦਾ ਰੂਪ ਬਣਾ ਕੇ ਫਿਰ ਰਿਹਾ ਸੀ। ਤੇ ਸੰਤ ਮਹਾਰਾਜ ਦਾ ਇਹਨਾਂ ਨਾਲ ਮਿਲਾਪ 9 ਮਾਘ ਨੂੰ ਮਹਾਰਾਜ ਰੇਰੂ ਸਾਹਿਬ ਜਾਇਆ ਕਰਦੇ ਸੀ। ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਦੀ ਬਰਸੀ ਤੇ ਉੱਥੇ ਦਰਸ਼ਨ ਹੋਏ ਤਾਂ ਸੰਤ ਮਹਾਰਾਜ ਨੇ ਇਹਨੂੰ ਵੱਖਰਾ ਕਰਕੇ ਦੱਸਣਾ ਕੀਤਾ ਵੀ ਤੈਨੂੰ ਹੁਣ ਗੁਪਤ ਰਹਿਣ ਦੀ ਲੋੜ ਨਹੀਂ, ਤੇਰੇ ਬਰੀ ਹੋਣ ਦਾ ਵਚਨ ਮਹਾਂਪੁਰਖਾਂ ਨੇ ਕਰ ਦਿੱਤਾ ਹੋਇਆ ਤੇ ਤੂੰ ਹੁਣ ਜਾ ਕੇ ਪੇਸ਼ ਹੋ ਜਾ। ਜਿੰਨੇ ਵੀ ਤੇਰੇ ਤੇ ਮੁਕੱਦਮੇ ਆ ਉਹ ਸਾਰੇ ਹੀ ਖਾਰਜ ਹੋ ਜਾਣੇ, ਤੂੰ ਬਰੀ ਹੋ ਜਾਏਂਗਾ, ਤੂੰ ਫਿਕਰ ਨਾ ਕਰ। 60 ਡਾਕੇ
ਇਹਦੇ ਸਿੱਧ ਕੀਤੇ। ਪੁਲਿਸ ਨੇ ਚਲਾਨ ਭਰੇ ਸੀ, 60 ਕੇਸ ਸੀਗੇ ਇਹਦੇ ਤੇ, ਪਰ ਮਹਾਂਪੁਰਖਾਂ ਨੇ ਐਸੀ ਕਲਾ ਵਰਤਾਈ ਬਈ ਇਹ ਸਾਰੇ ਕੇਸਾਂ ਦੇ ਵਿੱਚੋਂ ਬਰੀ ਹੋ ਗਿਆ। ਐਸੀ ਖੇਡ ਮਹਾਂਪੁਰਖਾਂ ਨੇ ਵਰਤਾਈ। ਸੋ ਇਸ ਤਰ੍ਹਾਂ ਰੱਬ ਦੇ ਪਿਆਰੇ, ਸੰਤਾਂ ਦੀ ਰਜਾ ਨੂੰ ਸਮਝਣਾ, ਸੰਤਾਂ ਦੀ ਖੇਡ ਨੂੰ ਜਾਣਨਾ, ਇਹ ਬਹੁਤ ਔਖੀ ਗੱਲ ਹੈ। ਮਹਾਰਾਜ ਬਾਣੀ 'ਚ ਬਚਨ ਕਰ ਗਏ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ। ਬ੍ਰਹਮ ਗਿਆਨੀ ਦੀ ਗਤੀ ਨੂੰ ਕੋਈ ਉੱਦਾਂ ਦੀ ਅਵਸਥਾ ਵਾਲਾ ਹੋਵੇ ਤਾਂ ਉਹ ਜਾਣੇ, ਉੱਦਾਂ ਨਹੀਂ ਕੋਈ ਜਾਣ ਸਕਦਾ। ਸੋ ਹੁਣ ਅੱਗੇ ਬਿਰਤਾਂਤ ਸੰਤ ਮਹਾਰਾਜ ਜੀ ਨੂੰ ਨਿਹੰਗ ਸਿੰਘ ਸਾਹਿਬ ਬਾਬਾ ਮੇਹਰ ਸਿੰਘ ਜੀ, ਮਣੀ ਮਾਜਰੇ ਦਸਮ ਪਾਤਸ਼ਾਹ ਕਲਗੀਧਰ ਮਹਾਰਾਜ ਜੀ ਦਾ ਗੁਰਦੁਆਰਾ ਕੂਹਣੀ ਸਾਹਿਬ, ਉਹ ਆਬਾਦ ਕਰਨ ਵਾਸਤੇ ਪ੍ਰੇਰਨਾ ਦੇ ਕੇ ਲੈ ਗਏ। ਤਾਂ ਹਜ਼ੂਰ ਸੰਤ ਮਹਾਰਾਜ ਨੇ ਕੂਹਣੀ ਸਾਹਿਬ ਗੁਰਦੁਆਰੇ ਤੋਂ ਕੋਈ 2 ਮੀਲ ਅੱਗੇ ਅੰਨਪੂਰਨਾ ਦੇਵੀ ਦਾ ਜੋ ਮੰਦਿਰ, ਜੋ ਕੁਝ ਦੱਖਣ ਦੀ ਬਾਹੀ ਤੇ ਉੱਥੇ ਮਟੀਆਂ ਸਨ, ਉਹਨਾਂ ਵਿੱਚੋਂ ਜਿਹੜੀ ਸਭ ਤੋਂ ਵੱਡੀ ਮਟੀ ਸੀ, ਇਹਦੇ ਵਿੱਚ ਸੰਤ ਮਹਾਰਾਜ ਨੇ ਆਪਣਾ ਆਸਣ ਲਾ ਲਿਆ। ਹੁਣ ਇਹ ਧਰਤੀ ਆਬਾਦ ਕਰਨੀ ਸੀ ਸੰਤਾਂ ਨੇ। ਇੱਥੇ ਬੜੀ ਭਾਰੀ ਤਪੱਸਿਆ ਕੀਤੀ ਸੰਤਾਂ ਨੇ। ਸੰਤਾਂ ਦਾ ਵੱਡਾ ਅਸੂਲ ਸੀ ਕਿ ਆਪਣੀ ਸਰੀਰ ਦੀ ਕਿਰਿਆ ਵਾਸਤੇ ਕਿਸੇ ਕੋਲੋਂ ਮੰਗ ਨਹੀਂ ਕਰਨਾ, ਕਿਸੇ ਕੋਲੋਂ ਭੋਜਨ ਨਹੀਂ ਮੰਗਣਾ। ਉਸ ਸਮੇਂ ਸੰਤਾਂ ਦੇ ਕੋਲ 2-3 ਸਿੰਘ ਹੀ ਸੀਗੇ, ਉਹ ਵੀ ਬੜੇ ਹਠੀ ਤੱਬੀ ਸੀ। ਭੋਜਨ ਮਿਲ ਗਿਆ, ਨਾ ਮਿਲਿਆ ਨਾ ਸਹੀ। ਇੱਕ ਬਾਬੂ ਸੁਜਾਨ ਸਿੰਘ ਜੀ ਡਰੋਲੀ ਦੇ, ਜੋ ਕਿ ਸੰਤਾਂ ਦੇ ਬਹੁਤ ਸਤਵਚਨੀ ਸੇਵਾਦਾਰ ਸੀ। ਇੱਥੇ ਸੰਤਾਂ ਨੇ ਦਰਖਤਾਂ ਦੇ ਪੱਤੇ ਤੇ ਹੋਰ ਕੁਦਰਤੀ ਘਾਹ ਆਦਿਕ ਬੂਟੀਆਂ ਦਾ ਅਲੂਣਾ ਸਾਗ 8 ਪਹਿਰਾਂ ਵਿੱਚ ਇੱਕ ਵਾਰੀ ਛਕਦੇ ਤੇ ਆਪਣੇ ਭਜਨ ਦੇ ਵਿੱਚ ਲੀਨ ਹੋ ਜਾਂਦੇ। ਇਸੇ ਤਰ੍ਹਾਂ ਸਰਦੀ ਦੇ ਸਾਰੇ ਮਹੀਨੇ ਜਿਹੜੇ ਨੇ ਉਹ ਸੰਤਾਂ ਨੇ ਉੱਥੇ ਗੁਜ਼ਾਰੇ। ਅਖੀਰ ਵਿਸਾਖ ਮਹੀਨਾ ਆ ਗਿਆ, ਲੋਕਾਂ ਨੇ ਕਣਕਾਂ ਕੱਢ ਲਈਆਂ। ਵਿਸਾਖ ਦੇ ਅਖੀਰ ਜ਼ਿਮੀਂਦਾਰਾਂ ਨੇ ਕਣਕਾਂ ਦੇ ਗਾਹ ਪਾਏ। ਉਸ ਸਮੇਂ ਮਹਾਂਪੁਰਖਾਂ ਦੇ ਸਰੀਰ ਨੂੰ ਕੁਛ ਕਸ਼ਟ ਆ ਗਿਆ। ਦਵਾਈਆਂ ਬੂਟੀਆਂ ਬਹੁਤ ਕੀਤੀਆਂ, ਪਰ ਸਰੀਰ ਨੂੰ ਆਰਾਮ ਨਾ ਆਇਆ। ਕਿਸੇ ਨਾ ਕਿਸੇ ਸੇਵਾਦਾਰ ਪ੍ਰੇਮੀ ਦਾ ਦੁੱਖ ਆਪਣੇ ਸਰੀਰ ਤੇ ਮਹਾਂਪੁਰਖਾਂ ਨੇ ਲਿਆ ਹੋਇਆ ਸੀ। ਤੋ ਹੁਣ ਸੰਤ ਮਹਾਰਾਜ ਦੇ ਸਰੀਰ ਦੇ ਢਿੱਲਾ ਹੋਣ ਦਾ ਡੇਰੇ ਵੀ ਪਤਾ ਲੱਗ ਗਿਆ ਹਰਖੋਵਾਲ। ਤਾਂ ਡੇਰੇ ਜਿੰਨੇ ਵੀ ਸੇਵਾਦਾਰ, ਸੰਤ, ਸੰਗਤ ਸਾਰੇ ਉਦਾਸ ਹੋ ਗਏ ਵੀ ਸੰਤਾਂ ਨੂੰ ਸਰੀਰ ਨੂੰ ਕਸ਼ਟ ਬਹੁਤ ਆ ਤੇ ਸਾਨੂੰ ਸੰਤ ਮਹਾਰਾਜ ਦੀ ਸਿਹਤ ਦਾ ਕਿਵੇਂ ਪਤਾ ਲੱਗੇ। ਸੰਗਤ ਨੇ ਮਤਾ ਕੀਤਾ ਤੇ ਸ਼੍ਰੀਮਾਨ ਜੱਗਾ ਸਿੰਘ ਜੀ ਨੂੰ ਕਿਹਾ, ਸਾਰਿਆਂ ਨੇ ਸਲਾਹ ਕਰਕੇ, ਸ਼੍ਰੀਮਾਨ ਜੀ ਤੁਸੀਂ ਸੰਤ ਮਹਾਰਾਜ ਦੀ ਖਬਰ ਲੈਣ ਵਾਸਤੇ ਜਾਓ ਮਣੀ ਮਾਜਰੇ, ਪਰ ਉੱਥੇ ਰਹਿਣਾ ਨਹੀਂ, ਇਹ ਸੰਗਤ ਦਾ ਹੁਕਮ ਆ, ਉੱਥੇ ਰਹਿਣਾ ਨਹੀਂ। ਜੇ ਲੋੜ ਵੀ ਹੋਵੇ ਸੰਤ ਮਹਾਰਾਜ ਨੂੰ ਤੇਰੀ ਉੱਥੇ ਰਹਿਣ ਦੀ, ਤਾਂ ਤੁਸੀਂ ਇੱਥੇ ਸੰਗਤ ਨੂੰ ਸੰਤ ਮਹਾਰਾਜ ਦੀ ਹਾਲਤ ਦੱਸ ਕੇ ਤਾਂ ਫੇਰ ਮੁੜ ਕੇ ਉੱਥੇ ਚਲੇ ਜਾਣਾ। ਸ਼੍ਰੀਮਾਨ ਜੀ ਡੇਰੇ ਤੋਂ ਸੰਗਤ ਨਾਲ ਬਚਨ ਕਰਕੇ ਤੁਰੇ ਵੀ ਮੈਂ ਉੱਥੇ ਰੁਕੂੰਗਾ ਨਹੀਂ, ਮੈਂ ਵਾਪਸ ਆ ਜਾਊਂਗਾ। ਪਰ ਉੱਥੇ ਜਦ ਸੰਤ ਮਹਾਰਾਜ ਦੀ ਹਜ਼ੂਰੀ ਗਏ, ਸੰਤਾਂ ਦੇ ਚਰਨਾਂ 'ਚ ਜਾ ਕੇ ਸ਼੍ਰੀਮਾਨ ਜੀ ਨੂੰ ਡੇਰੇ ਦੀ ਸੰਗਤ ਨਾਲ ਕੀਤਾ ਬਚਨ ਚੇਤੇ ਹੀ ਭੁੱਲ ਗਿਆ। ਸੰਤਾਂ ਦੇ ਪ੍ਰੇਮ ਵਿੱਚ, ਸੰਤਾਂ ਦੇ ਕੋਲ ਹੀ ਸੇਵਾ ਵਿੱਚ ਲੱਗ ਗਿਆ। ਇੱਧਰ ਡੇਰੇ ਦੀ ਸੇਵਾ ਕਰਨ ਵਾਲੀ ਸੰਗਤ ਸ਼੍ਰੀਮਾਨ ਜੀ ਨੂੰ 8 ਦਿਨ ਉਡੀਕਦੇ ਰਹੇ, ਨਾ ਆਏ। ਤਾਂ ਫਿਰ ਇੱਕ ਦਿਨ ਇਕੱਠੇ ਹੋ ਕੇ ਮਤਾ ਕੀਤਾ ਬਈ ਸ਼੍ਰੀਮਾਨ ਜੀ ਨੇ ਸਾਰੀ ਸੰਗਤ ਨੂੰ ਭੁਲਾ ਦਿੱਤਾ, ਸਾਡੇ ਨਾਲ ਬਚਨ ਕੀਤਾ, ਨਿਭਾਇਆ ਨਹੀਂ। ਸਾਰੀ ਸੰਗਤ ਇਸ ਤੜਫ ਦੇ ਵਿੱਚ ਸੀ ਵੀ ਸਾਨੂੰ ਸੰਤ ਮਹਾਰਾਜ ਦੇ ਸਰੀਰ ਦੀ ਖਬਰ ਪਤਾ ਲੱਗੇ। ਜਦੋਂ ਸੰਗਤ ਦੀ ਕੋਈ ਬਾਹਰ ਨਾ ਗਈ ਤਾਂ ਸਾਰੀ ਸੰਗਤ ਨੇ ਇਕੱਤਰ ਹੋ ਕੇ ਮਤਾ ਪਾਸ ਕੀਤਾ ਕਿ ਸ਼੍ਰੀਮਾਨ ਜੀ ਦੇ ਨਾਲ ਕਿਸੇ ਨੇ ਬੋਲਣਾ ਨਹੀਂ ਜਦੋਂ ਆਊਗੇ। ਤੇ ਦੂਜੀ ਗੱਲ ਵੀ ਜਦ ਤੱਕ ਸ਼੍ਰੀਮਾਨ ਜੀ ਆ ਨਹੀਂ ਜਾਂਦੇ ਤੇ ਮਹਾਰਾਜ ਜੀਆਂ ਦਾ ਪਤਾ ਨਹੀਂ ਲੱਗ ਜਾਂਦਾ, ਉਨਾ ਚਿਰ ਤੱਕ ਭੁੱਖ ਹੜਤਾਲ, ਕਿਸੇ ਨੇ ਕੁਝ ਨਹੀਂ ਛਕਣਾ। ਦੇਖੋ ਕੈਸਾ ਨਿਸ਼ਚਾ ਹੈ। ਆ ਟੈਲੀਫੋਨ ਜਾਂ ਹੋਰ ਸੋਸ਼ਲ ਮੀਡੀਆ, ਇਹ ਤਾਂ ਹੁਣ ਚੀਜ਼ਾਂ ਚੱਲੀਆਂ ਨੇ ਸਾਧ ਸੰਗਤ ਜੀ।
ਇੱਕ ਜਿਹੜੀਆਂ ਪ੍ਰੇਮ ਦੀਆਂ ਤਾਰਾਂ, ਇਹਨੂੰ ਕਿਸੇ ਇਹਨਾਂ ਲਾਈਨਾਂ ਦੀ ਲੋੜ ਨਹੀਂ ਹੈ। ਇਹ ਤਾਂ ਆਪਣੇ ਆਪ ਹੀ ਅੰਦਰੋਂ ਹੀ ਖੜਕ ਪੈਂਦੀਆਂ। ਤਾਂ ਹੁਣ ਦੇਖੋ ਨਾ, ਸੰਗਤ ਨੇ ਇਕੱਤਰ ਹੋ ਕੇ ਮਤਾ ਪਾਸ ਕਰ ਲਿਆ, ਜਿੰਨੇ ਡੇਰੇ ਦੇ ਸਾਧੂ, ਜਿੰਨੀ ਸੰਗਤ, ਵੀ ਕਿਸੇ ਨੇ ਸ੍ਰੀ ਮਾਨ ਜੀ ਨੂੰ ਬੁਲਾਉਣਾ ਨਹੀਂ ਹੈ ਆਇਆਂ ਨੂੰ, ਤੇ ਦੂਜਾ ਜਦ ਤੱਕ ਉਹ ਮੁੜ ਕੇ ਨਹੀਂ ਆ ਜਾਂਦੇ ਕਿਸੇ ਨੇ ਪ੍ਰਸ਼ਾਦਾ ਨਹੀਂ ਛਕਣਾ। ਭੁੱਖ ਹੜਤਾਲ ਕਰ ਲਈ। ਅਰਦਾਸ ਕਰਤੀ, ਕੜਾਹ ਪ੍ਰਸ਼ਾਦ ਤਿਆਰ ਕਰਕੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ। ਬਾਣੀ ਦਾ ਵੀ ਮੌਨ ਰੱਖ ਲਿਆ ਵੀ ਕਿਸੇ ਨਾਲ ਬੋਲਣਾ ਨਹੀਂ ਹੈ। ਇਸ ਤਰ੍ਹਾਂ ਪੂਰੀ ਤਰ੍ਹਾਂ ਜਿਸ ਵੇਲੇ ਖਾਣਾ ਪੀਣਾ ਸਾਰਿਆਂ ਨੇ ਛੱਡ ਦਿੱਤਾ, ਤਾਂ ਅੰਤਰਜਾਮੀ ਸੰਤ ਮਹਾਰਾਜ ਨੂੰ ਅੰਦਰੋਂ ਅੰਦਰ ਹੀ ਪਤਾ ਲੱਗ ਗਿਆ। ਇੱਕਦਮ ਮਹਾਰਾਜ ਜੀ ਨੇ ਸ੍ਰੀ ਮਾਨ ਜੀ ਨੂੰ ਸੱਦਿਆ। ਕਹਿੰਦੇ, ਜੱਗਾ ਸਿੰਘ, ਤੈਨੂੰ ਪਤਾ ਵੀ ਸੰਗਤ ਨਾਲ ਕੀ ਬਚਨ ਕਰਕੇ ਆਇਆ ਸੀ? ਕਹਿੰਦੇ, ਮਹਾਰਾਜ ਮੈਂ ਭੁੱਲ ਗਿਆ। ਕਹਿੰਦੇ, ਜਾ ਹੁਣੇ ਸਿੱਧਾ ਡੇਰੇ ਚਲਿਆ ਜਾ। ਜੱਗਾ ਸਿੰਘ ਜੀ ਬੇਸ਼ੱਕ ਆਉਣਾ ਨਹੀਂ ਸੀ ਚਾਹੁੰਦੇ, ਪਰ ਹੁਕਮ ਮੰਨ ਕੇ ਡੇਰੇ ਨੂੰ ਸ੍ਰੀ ਮਾਨ ਜੀ ਨੂੰ ਆਉਣਾ ਪਿਆ। ਇੱਧਰ ਡੇਰੇ 8 ਪਹਿਰ ਕਿਸੇ ਨੇ ਨਾ ਪਾਣੀ ਪੀਤਾ ਨਾ ਭੋਜਨ ਛਕਿਆ। ਹੋਰ ਆਈ ਸੰਗਤ ਨੂੰ ਤਾਂ ਲੰਗਰ ਵਰਤਾਉਂਦੇ ਸੀ, ਪਰ ਡੇਰੇ ਵਾਲੇ ਆਪ ਨਹੀਂ ਕਿਸੇ ਨੇ ਖਾਧਾ। ਇੱਕ 12 ਕੁ ਸਾਲਾਂ ਦਾ ਪ੍ਰੀਤਮ ਸਿੰਘ ਨਾਮ ਦਾ ਬੱਚਾ ਸੀ ਉਸ ਵੇਲੇ, ਉਹ ਵੀ ਡੇਰੇ ਸੰਤਾਂ ਕੋਲ ਰਹਿੰਦਾ ਸੀ। ਪ੍ਰੀਤਮ ਸਿੰਘ ਨੇ ਵੀ ਪਾਣੀ ਦਾ ਘੁੱਟ ਤੱਕ ਨਾ ਪੀਤਾ। ਕਿਸੇ ਨੇ ਇਸ ਗੱਲ ਵਿੱਚ ਕਮਜ਼ੋਰੀ ਨਾ ਦਿਖਾ ਲਈ। ਸਾਰੇ ਦ੍ਰਿੜ ਇਰਾਦਾ ਕਰਕੇ ਸੰਤਾਂ ਨੂੰ ਉਡੀਕਦੇ ਆ। ਕੋਈ ਬਾਣੀ ਪੜ੍ਹਦਾ, ਕੋਈ ਸਿਮਰਨ ਕਰਦਾ, ਮਹਾਂਪੁਰਖਾਂ ਦੀ ਉਡੀਕ ਦੇ ਵਿੱਚ। ਸੋ ਇਸ ਤਰ੍ਹਾਂ ਸ੍ਰੀ ਮਾਨ ਜੀ 8 ਪਹਿਰਾਂ ਤੋਂ ਬਾਅਦ ਆ ਗਏ ਡੇਰੇ। ਪਰ ਡੇਰੇ ਦੇ ਕਿਸੇ ਵੀ ਸੇਵਾਦਾਰ ਸੰਗਤ ਨੇ ਇਹਦੇ ਨਾਲ ਅੱਖ ਵੀ ਨਾ ਰਲਾਈ, ਬੋਲਣਾ ਤਾਂ ਕੀ ਸੀ। ਉਸ ਸਮੇਂ ਇੱਕ ਸੇਵਾਦਾਰ ਗਿਆਨ ਸਿੰਘ, ਉਹਨੇ ਆਪਣਾ ਨਿਯਮ ਤੋੜ ਲਿਆ। ਉਹਨੇ ਸ੍ਰੀ ਮਾਨ ਜੀ ਨੂੰ ਸਾਰੀ ਗੱਲ ਦੱਸ ਦਿੱਤੀ ਵੀ ਤੇਰੇ ਨਾਲ ਕਿਸੇ ਨੇ ਨਹੀਂ ਬੋਲਣਾ। ਇਹ ਗੁੱਸੇ ਹੋ ਗਏ ਸਾਰੇ ਤੁਹਾਡੇ ਨਾਲ। ਹੁਣ ਸੰਤ ਮਹਾਰਾਜ ਨੂੰ ਡੇਰੇ ਆਉਣਾ ਪੈਣਾ, ਤਾਂ ਮਹਾਰਾਜ ਮਨਾ ਸਕਦੇ ਆ। ਪਰ ਸ੍ਰੀ ਮਾਨ ਜੀ ਫਿਰ ਅਰਦਾਸ ਹੋ ਕੇ ਡਮੇਲੀ ਸੰਤ ਬਾਬਾ ਦਲੀਪ ਸਿੰਘ ਜੀ ਦੇ ਕੋਲ ਗਏ। ਸੰਤਾਂ ਨੂੰ ਜਾ ਕੇ ਬੇਨਤੀਆਂ ਕੀਤੀਆਂ। ਬਾਬਾ ਦਲੀਪ ਸਿੰਘ ਜੀ ਦਾ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨਾਲ ਪ੍ਰੇਮ ਬਹੁਤ ਸੀ। ਫਿਰ ਬਾਬਾ ਦਲੀਪ ਸਿੰਘ ਜੀ ਡੇਰੇ ਆਏ। ਡੇਰੇ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਾਰੇ ਡੇਰੇ ਦੇ ਸੇਵਾਦਾਰਾਂ ਨੂੰ ਇਕੱਠੇ ਕੀਤਾ, ਉਹਨਾਂ ਨੂੰ ਸਮਝਾਇਆ। ਸੰਤ ਬਾਬਾ ਦਲੀਪ ਸਿੰਘ ਜੀ ਦੇ ਕਹਿਣ ਤੇ ਫਿਰ ਸਾਰੀ ਸੰਗਤ ਮੰਨੀ। ਫਿਰ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਅਰਦਾਸ ਕੀਤੀ, ਭੁੱਖ ਹੜਤਾਲ ਖੁਲਾਈ ਸਾਰਿਆਂ ਦੀ। ਅਗਲੇ ਦਿਨ ਫਿਰ ਸੰਤ ਮਹਾਰਾਜ ਵੀ ਡੇਰੇ ਆ ਗਏ। ਫਿਰ ਸੰਤ ਮਹਾਰਾਜ ਨੇ ਸਾਰਿਆਂ ਦੇ ਸਾਹਮਣੇ ਸ੍ਰੀ ਮਾਨ ਜੱਗਾ ਸਿੰਘ ਜੀ ਨੂੰ ਤਾੜਨਾ ਕੀਤੀ ਵੀ ਤੈਨੂੰ ਸੰਗਤ ਦਾ ਬਚਨ ਸਾਨੂੰ ਦੱਸਣਾ ਚਾਹੀਦਾ ਸੀ। ਜੇ ਤੂੰ ਬਚਨ ਕਰਕੇ ਗਿਆ ਸੀ ਫਿਰ ਤੈਨੂੰ ਮੁੜ ਕੇ ਆਉਣਾ ਚਾਹੀਦਾ ਸੀ। ਸੰਗਤ ਦੇ ਨਾਲ ਅੱਗੇ ਵਾਸਤੇ ਐਸਾ ਨਹੀਂ ਕਰਨਾ। ਸੰਗਤ ਦਾ ਕੀਤਾ ਹੋਇਆ, ਸੰਗਤ ਨਾਲ ਕੀਤਾ ਹੋਇਆ ਬਚਨ ਸਦਾ ਪੂਰਾ ਕਰਨਾ ਚਾਹੀਦਾ। ਇੱਕ ਗੁਰੂ ਸਾਹਿਬਾਂ ਦੇ ਵੇਲੇ ਦੀ ਸਾਖੀ ਆਉਂਦੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵੇਲੇ ਦੀ। ਕਿਸੇ ਪ੍ਰੇਮੀ ਸੇਵਾਦਾਰ ਨੇ ਕਿਸੇ ਗੁਰਸਿੱਖ ਨੂੰ ਗੁਰੂ ਸਾਹਿਬ ਦੇ ਭੇਟ ਕਰਨ ਵਾਸਤੇ ਇੱਕ ਬਹੁਤ ਸੁੰਦਰ ਬਸਤਰ ਭੇਜਿਆ ਵੀ ਮਹਾਰਾਜ ਦੇ ਚਰਨਾਂ 'ਚ ਭੇਟ ਕਰ ਦਿਓ। ਪਰ ਉਸ ਸਿੱਖ ਨੇ ਮਹਾਰਾਜ ਦੇ ਉਹ ਭੇਟ ਨਾ ਕਰਿਆ। ਤਕਰੀਬਨ ਸਾਲ ਕੁ ਬਾਅਦ ਉਹ ਸਿੱਖ ਵੀ ਮਹਾਰਾਜ ਦੇ ਚਰਨਾਂ 'ਚ ਆ ਗਿਆ। ਜਦੋਂ ਉਹ ਮਹਾਰਾਜ ਦੇ ਚਰਨਾਂ 'ਚ ਆਇਆ, ਉਹਨੂੰ ਬੇਨਤੀ ਕਰਕੇ ਪੁੱਛਿਆ, ਮਹਾਰਾਜ ਜੀ ਮੈਂ ਇੱਦਾਂ ਫਲਾਣੇ ਸਿੱਖ ਦੇ ਕੋਲ ਆਪ ਜੀ ਦੇ ਲਈ ਬਸਤਰ ਭੇਜਿਆ ਸੀ, ਹਜ਼ੂਰ ਪਹੁੰਚ ਗਿਆ ਸੀ। ਮਹਾਰਾਜ ਕਹਿੰਦੇ ਨਹੀਂ, ਸਾਨੂੰ ਨਹੀਂ ਮਿਲਿਆ। ਬਈ ਉਸ ਸਿੱਖ ਨੂੰ ਸੱਦ ਲਿਆ। ਕਿਉਂ ਭਾਈ, ਬਸਤਰ ਨਹੀਂ ਦਿੱਤਾ? ਕਹਿੰਦਾ ਮਹਾਰਾਜ ਮੈਨੂੰ ਇਹਨੇ ਬਸਤਰ ਦਿੱਤਾ ਹੀ ਨਹੀਂ, ਮੁੱਕਰ ਗਿਆ, ਝੂਠ ਬੋਲ ਦਿੱਤਾ। ਉਹ ਸਿੱਖ ਕਹਿੰਦਾ ਬਈ ਤੂੰ ਆਪਣੇ ਸਰੀਰ ਦੀ ਕਸਮ ਖਾ ਵੀ ਤੈਨੂੰ ਮੈਂ ਬਸਤਰ ਨਹੀਂ ਦਿੱਤਾ। ਕਹਿੰਦਾ ਮੈਂ ਆਪਣੇ ਸਰੀਰ ਦੀ ਕਸਮ ਖਾਨਾ ਵੀ ਮੈਨੂੰ ਬਸਤਰ ਤੈਂ ਨਹੀਂ ਦਿੱਤਾ। ਉਹ ਸਿੱਖ ਕਹਿੰਦਾ ਜੀ ਮਹਾਰਾਜ ਬੜੀ ਹੈਰਾਨੀ ਦੀ ਗੱਲ ਵਾ ਵੀ ਉਹ ਬਸਤਰ ਕੋਈ ਐਡਾ ਕੀਮਤੀ ਵੀ ਨਹੀਂ ਸੀ, ਪਰ ਇਸ ਸਿੱਖ ਨੇ ਉਸ ਇੱਕ ਬਸਤਰ ਦੇ ਬਦਲੇ ਆਪਣੇ ਸਰੀਰ ਦੀ ਕਸਮ ਖਾ ਲਈ। ਉਹ ਸਿੱਖ ਕਹਿੰਦਾ ਅੱਛਾ ਚੰਗਾ, ਇਦਾਂ ਕਰ ਤੂੰ ਗੁਰੂ ਸਾਹਿਬ ਦੇ ਚਰਨਾਂ ਦੀ ਕਸਮ ਖਾ
ਤੈਨੂੰ ਵਸਤਰ ਨਹੀਂ ਸੀ ਮੈਂ ਦਿੱਤਾ। ਹੁਣ ਉਸੇ ਵੇਲੇ ਗੁਰੂ ਮਹਾਰਾਜ ਦੇ ਚਰਨਾਂ ਦੀ ਕਸਮ ਖਾ ਲਈ, ਮੈਨੂੰ ਮਹਾਰਾਜ ਦੇ ਚਰਨਾਂ ਦੀ ਕਸਮ ਲੱਗੇ ਤੈਂ ਮੈਨੂੰ ਵਸਤਰ ਨਹੀਂ ਦਿੱਤਾ। ਮਹਾਰਾਜ ਦੇਖ ਕੇ ਮੁਸਕਰਾਈ ਜਾਂਦੇ। ਸਿੱਖ ਕਹਿੰਦਾ ਮਹਾਰਾਜ ਬੜੀ ਹੈਰਾਨੀ ਦੀ ਗੱਲ ਆ, ਮੈਂ ਸੱਚ ਬੋਲਦਾ, ਇਹ ਝੂਠ ਬੋਲਦਾ, ਪਰ ਇਹ ਤੁਹਾਡੇ ਚਰਨਾਂ ਦੀ ਵੀ ਕਸਮ ਖਾਣ ਤੋਂ ਅੰਗਰੇਜ਼ ਨਹੀਂ ਕੀਤੀ। ਉਸ ਵੇਲੇ ਸਿੱਖ ਕਹਿੰਦਾ ਅੱਛਾ ਹੁਣ ਆਖਰੀ ਗੱਲ ਆ ਬਈ ਤੂੰ ਸੰਗਤ ਦੀ ਕਸਮ ਖਾ। ਹੁਣ ਸਿੱਖ ਨੇ ਹੱਥ ਜੋੜ ਕੇ ਕਹਿਤਾ ਵੀ ਮੈਂ ਸੰਗਤ ਦੀ ਕਸਮ ਨਹੀਂ ਖਾ ਸਕਦਾ, ਤੇਰਾ ਵਸਤਰ ਮੇਰੇ ਕੋਲ ਹੀ ਆ। ਮਹਾਰਾਜ ਬੜਾ ਹੱਸੇ। ਉਹ ਸਿੱਖ ਕਹਿੰਦਾ ਮਹਾਰਾਜ ਇਹ ਗੱਲ ਕੀ? ਆਪਣੀ ਕਸਮ ਖਾ ਲਈ, ਤੁਹਾਡੇ ਚਰਨਾਂ ਦੀ ਕਸਮ ਖਾ ਲਈ, ਪਰ ਇਹਨੇ ਸੰਗਤ ਦੀ ਕਸਮ ਨਹੀਂ ਖਾਧੀ। ਗੱਲ ਕੀ ਹੋਈ? ਮਹਾਰਾਜ ਕਹਿੰਦੇ ਇਹਨੂੰ ਹੀ ਪੁੱਛੋ ਬਈ। ਮਹਾਰਾਜ ਜੇ ਕੋਈ ਗਲਤੀ ਹੋ ਜਾਵੇ, ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਗੁਰੂ ਦੇ ਸਿੱਖ ਬਖਸ਼ਾ ਸਕਦੇ ਆ, ਗੁਰੂ ਬਖਸ਼ ਸਕਦਾ, ਪਰ ਜੇ ਕਿਤੇ ਸੰਗਤ ਸਿੱਖ ਦੇ ਖਿਲਾਫ ਹੋ ਜਾਏ ਫਿਰ ਸਿੱਖ ਨੂੰ ਕੋਈ ਬਖਸ਼ ਨਹੀਂ ਸਕਦਾ। ਇਸ ਕਰਕੇ ਸੰਗਤ ਦੀ ਖੁਸ਼ੀ ਬਹੁਤ ਵੱਡੀ ਖੁਸ਼ੀ ਹੈ, ਸੰਗਤ ਦਾ ਨਰਾਦਰ ਬਹੁਤ ਵੱਡਾ ਨਰਾਦਰ ਹੈ। ਸੋ ਇਸ ਤਰ੍ਹਾਂ ਹੁਣ ਮਹਾਂਪੁਰਖਾਂ ਨੇ ਸ੍ਰੀ ਮਾਨ ਜੀ ਨੂੰ ਇਹ ਸਾਖੀ ਸੁਣਾ ਕੇ ਆਖਿਆ ਵੀ ਸੰਗਤ ਦਾ ਸਦਾ ਸਤਿਕਾਰ ਕਰਨਾ ਹੈ। ਸੋ ਹੁਣ ਅੱਗੇ ਜੋ ਵਿਚਾਰ, ਇੱਕ ਦਿਆਲ ਸਿੰਘ ਨਾਮ ਦਾ ਬਾਹਮਣੀ ਵਾਲੇ ਨਗਰ ਦਾ ਮਹਾਂਪੁਰਖਾਂ ਦਾ ਸੇਵਾਦਾਰ, ਉਸ ਨੂੰ ਕਿਸੇ ਕੇਸ ਦੇ ਵਿੱਚ ਫਾਂਸੀ ਦੀ ਸਜ਼ਾ ਹੋਈ ਤੇ ਉਸ ਨੂੰ ਵੀ ਮਹਾਂਪੁਰਖਾਂ ਦੇ ਆਸ਼ੀਰਵਾਦ ਸਦਕਾ, ਅਸੀਸ ਦਾ ਸਦਕਾ ਫਾਂਸੀ ਦੀ ਸਜ਼ਾ ਤੋਂ ਉਸ ਦਾ ਛੁਟਕਾਰਾ ਹੋਇਆ। ਗੁਮਟਾਲੇ ਨਗਰ ਇੱਕ ਮਿਰਦ ਮਾਤਾ ਦਾ ਲੜਕਾ ਚੜ੍ਹਾਈ ਕਰ ਗਿਆ, ਮਹਾਂਪੁਰਖਾਂ ਦੀ ਆਸ਼ੀਰਵਾਦ ਦੇ ਨਾਲ ਮਹਾਂਪੁਰਖਾਂ ਦੇ ਗੜਵੇ ਦਾ ਜਲ ਜਦੋਂ ਉਹਦੇ ਮੁੱਖ 'ਚ ਪਾਇਆ ਉਹ ਵੀ ਜੀਵਤ ਹੋ ਗਿਆ। ਹੋਰ ਅਨੇਕਾਂ ਐਸੀਆਂ ਸਾਖੀਆਂ, ਐਸੇ ਬਿਰਤਾਂਤ ਹਨ। ਸੋ ਇੱਕ ਮਹਾਂਪੁਰਖ ਹੋਏ ਨੇ ਨਾਥ ਜੀ, ਸੰਤਗੜ੍ਹ ਡੇਰੇ ਤੋਂ ਉੱਤਰ ਦੀ ਦਿਸ਼ਾ ਦੇ ਵਿੱਚ ਬੂਥਗੜ੍ਹ ਪਿੰਡ ਹੈ, ਉੱਥੇ ਦੇ ਜਟਾਜੂਟ ਸੀਗੇ, ਯੋਗਾ ਅਭਿਆਸ ਦੇ ਵਿੱਚ ਪੂਰਨ ਸੀਗੇ, ਪਰ ਉਹ ਗੁਰੂ ਨਾਨਕ ਮਹਾਰਾਜ ਤੇ ਬਹੁਤ ਉਹਨਾਂ ਦਾ ਪੂਰਨ ਵਿਸ਼ਵਾਸ ਸੀ। ਸੁਖਮਨੀ ਸਾਹਿਬ ਦੇ, ਜਪਜੀ ਸਾਹਿਬ ਦੇ ਪੱਕੇ ਨਿਤਨੇਮੀ ਸੀ, ਕਦੇ ਖੁੰਝਾਉਂਦੇ ਨਹੀਂ ਸੀ ਸਮਾਂ। ਤੇ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਦੇ ਨਾਲ ਇਹਨਾਂ ਨਾਥਾਂ ਦਾ ਬਹੁਤ ਪ੍ਰੇਮ ਸੀ। ਜਦੋਂ ਵੀ ਨਾਥ ਜੀ ਦੇ ਦਰਸ਼ਨਾਂ ਦਾ ਮਹਾਰਾਜ ਦੇ ਮਨ 'ਚ ਫੁਰਨਾ ਆਉਂਦਾ ਤਾਂ ਸੰਤ ਮਹਾਰਾਜ ਬੂਥਗੜ੍ਹ ਚਲੇ ਜਾਂਦੇ, ਨਾਥ ਜੀ ਦੀ ਕੁਟੀਆ ਦੇ ਵਿੱਚ ਬੈਠ ਜਾਂਦੇ, ਜਾ ਕੇ ਨਾਥ ਜੀ ਦੇ ਦਰਸ਼ਨ ਕਰਕੇ ਆਉਂਦੇ। ਤੇ ਇਸੇ ਤਰ੍ਹਾਂ ਨਾਥ ਜੀ ਵੀ ਮਹਾਰਾਜ ਦੇ ਦਰਸ਼ਨ ਕਰਨ ਆ ਜਾਂਦਾ। ਇੱਕ ਵਾਰ ਦੀ ਗੱਲ ਹੈ, ਅੰਬਾਂ ਦਾ ਸਮਾਂ ਸੀ, ਬੜੇ ਭਾਰੀ ਦਰਖਤ ਲੱਦੇ ਹੋਏ ਸੀ ਅੰਬਾਂ ਦੇ ਨਾਲ। ਦੂਰੋਂ ਨੇੜਿਓਂ ਸਾਧੂ, ਬ੍ਰਗਤ, ਵਿਦਵਾਨ, ਤਪਸਵੀ ਇਹਨਾਂ ਇਲਾਕਿਆਂ ਦੇ ਵਿੱਚ ਆਏ ਹੋਏ ਸੀ। ਗੰਗਾ ਜੀ ਤੋਂ, ਰਿਸ਼ੀਕੇਸ਼ ਤੋਂ, ਕਾਸ਼ੀ, ਅਯੁੱਧਿਆ, ਮਥੁਰਾ, ਇਹਨਾਂ ਤੀਰਥਾਂ ਤੋਂ ਸਾਧੂ ਇਹਨਾਂ ਦਿਨਾਂ ਦੇ ਵਿੱਚ ਅੰਬ ਚੂਪਣ ਵਾਸਤੇ ਇਹਨਾਂ ਇਲਾਕਿਆਂ ਵਿੱਚ ਆ ਜਾਂਦੇ ਸੀ। ਇਹ ਸੀਰੋਵਾਲ ਦਾ ਇਲਾਕਾ, ਪਿੰਡ ਪਿੰਡ, ਘਰ ਘਰ ਵਿੱਚ ਸਾਧੂਆਂ ਦਾ ਜਿਵੇਂ ਕੁੰਭ ਲੱਗਿਆ ਹੁੰਦਾ ਸੀ, ਇੱਦਾਂ ਹੁੰਦੀ ਸੀ। ਬੂਥਗੜ੍ਹ ਨਾਥ ਜੀ ਦੀ ਕੁਟੀਆ ਦੇ ਵਿੱਚ ਵੀ ਬਹੁਤ ਸਾਰੇ ਸਾਧੂ ਆਏ ਹੋਏ ਸੀ, ਜਿਨ੍ਹਾਂ ਵਿੱਚ ਜ਼ਿਆਦਾਤਰ ਕੰਨ ਪਾਟੇ ਮੁੰਦਰਾਂ ਵਾਲੇ ਜੋਗੀ ਸਨ। ਦੋਨੋਂ ਸਮੇਂ ਸਤਸੰਗ ਹੁੰਦਾ। ਜੋਗੀ ਜੀ ਆਪਣੀਆਂ ਕਿੰਗਾਂ ਲੈ ਕੇ ਕੀਰਤਨ ਕਰਦੇ, ਸਰੋਤੇ ਜਨ ਬਹੁਤ ਆਨੰਦ ਮਾਣਦੇ। ਕੀਰਤਨ ਤੋਂ ਬਾਅਦ ਵੇਦਾਂਤ ਦੀ ਕਥਾ ਹੁੰਦੀ। ਇੱਕ ਦਿਨ ਸਾਧੂਆਂ ਵਿੱਚ ਤੇ ਜੋਗੀ ਲੋਕਾਂ ਵਿੱਚ ਵਿਚਾਰ ਚੱਲੀ ਵੀ ਅੱਜ ਦੇ ਸਮੇਂ ਦੇ ਵਿੱਚ ਕੋਈ ਹੈ ਜਿਹੜਾ ਪੂਰਨ ਸਾਧੂ ਹੋਵੇ। ਸਾਰਿਆਂ ਨੇ ਆਪੋ ਆਪਣੇ ਖਿਆਲਾਂ ਅਨੁਸਾਰ ਕਿਸੇ ਨੇ ਕਿਸੇ ਦਾ ਨਾਮ ਲਿਆ, ਕਿਸੇ ਨੇ ਕਿਸੇ ਦਾ ਨਾਮ ਲਿਆ, ਪਰ ਬੂਥਗੜ੍ਹ ਵਾਲੇ ਜਿਹੜੇ ਨਾਥ ਜੀ ਸੀਗੇ ਚੁੱਪ ਕਰਕੇ ਬੈਠੇ ਰਹੇ। ਕੁਝ ਸਮੇਂ ਬਾਅਦ ਜਦੋਂ ਸਾਰੇ ਆਪੋ ਆਪਣਾ ਖਿਆਲ ਦੇ ਚੁੱਕੇ ਤਾਂ ਸਾਰੇ ਸਾਧੂਆਂ ਨੇ
ਨਾਥ ਜੀ ਵੱਲ ਦੇਖਿਆ ਕਿ ਨਾਥ ਜੀ ਤੁਸੀਂ ਦੱਸੋ, ਤੁਸੀਂ ਚੁੱਪ ਕਰਕੇ ਬੈਠੇ, ਤੁਹਾਡਾ ਤਾਂ ਇਹ ਅਸਥਾਨ ਹੈ। ਤਾਂ ਨਾਥ ਜੀ ਕਹਿੰਦੇ ਵੀ ਸਾਡੀ ਦ੍ਰਿਸ਼ਟੀ ਦੇ ਵਿੱਚ ਜੇ ਕੋਈ ਪੂਰਨ ਮਹਾਂਪੁਰਸ਼, ਰਿੱਧੀਆਂ ਸਿੱਧੀਆਂ ਕਰਾਮਾਤਾਂ ਦਾ ਬਾਦਸ਼ਾਹ, ਪੂਰਨ ਆਤਮਦਰਸ਼ੀ, ਪੂਰਨ ਬ੍ਰਹਮ ਗਿਆਨੀ, ਬ੍ਰਹਮ ਨੇਸ਼ਟੀ, ਬ੍ਰਹਮ ਸਰੋਤਰੀ ਕੋਈ ਹੈ ਤਾਂ ਉਹ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਹਨ। ਸਿੱਧੀ ਜਿਹੀ ਬੋਲੀ ਦੇ ਵਿੱਚ ਨਾਥ ਜੀ ਹੱਸ ਕੇ ਕਹਿੰਦੇ, ਸੰਤ ਜਵਾਲਾ ਸਿੰਘ ਜੀ ਵਰਗਾ ਸਾਧੂ ਇਸ ਵੇਲੇ ਲੱਭਣਾ ਬੜਾ ਔਖਾ ਹੈ। ਸੰਤ ਜਵਾਲਾ ਸਿੰਘ ਜੀ ਦਾ ਪ੍ਰਤਾਪ ਸਾਰੇ ਸੰਸਾਰ ਦੇ ਗ੍ਰਸਤੀ ਸਾਧੂ ਕੌਣ ਹੈ ਐਸਾ ਜੋ ਸੰਤ ਜਵਾਲਾ ਸਿੰਘ ਜੀ ਦੇ ਪ੍ਰਤਾਪ ਤੋਂ ਵਾਕਫ ਨਹੀਂ ਹੈ। ਅਜੇ ਇਹ ਸਾਧੂ ਮੰਡਲੀ ਆਪਸ ਵਿੱਚ ਹੀ ਗੱਲਾਂ ਹੀ ਕਰਦੇ ਸੀ, ਵਿਚਾਰਾਂ ਹੀ ਕਰਦੇ ਸੀ ਕਿ ਇਤਨੇ ਨੂੰ ਸੰਤ ਮਹਾਰਾਜ ਇੱਧਰ ਬੂਥਗੜ੍ਹ ਦੀ ਕੁਟੀਆ ਆ ਗਏ। ਸੰਤਾਂ ਦੇ ਸੀਸ ਤੇ ਦਸਤਾਰ, ਉੱਪਰ ਦੀ ਖਾਕੀ ਰੰਗ ਦੀ ਚਾਦਰ ਰੱਖੀ ਹੋਈ, ਗਲ ਵਿੱਚ ਮਾਮੂਲੀ ਜਿਹੇ ਕੱਪੜੇ ਦਾ ਚੋਲਾ ਪਾਇਆ ਹੋਇਆ, ਹੱਥ 'ਚ ਬਾਂਸ ਦਾ ਖੂੰਡਾ ਫੜਿਆ ਹੋਇਆ। ਸੰਤਾਂ ਦੇ ਨਾਲ ਬਾਬਾ ਗੱਜਣ ਸਿੰਘ ਹੱਥ 'ਚ ਪਾਣੀ ਦਾ ਗੜਵਾ ਲੈ ਕੇ ਤੁਰੇ ਹੋਏ। ਬਾਬਾ ਗੱਜਣ ਸਿੰਘ ਜੀ ਦੀ ਵੀ ਕਿਰਿਆ ਬਹੁਤ ਸਾਦੀ, ਸਧਾਰਨ ਜਿਹਾ ਗਲ ਕੁੜਤਾ, ਤੇੜ ਕਸ਼ਹਿਰਾ, ਮਾਮੂਲੀ ਛੋਟੀ ਜਿਹੀ ਦਸਤਾਰ। ਇਸ ਸਮੇਂ ਤਕਰੀਬਨ ਦਿਨ ਦੇ 2:30-3 ਵਜੇ ਦਾ ਸਮਾਂ ਸੀ। ਜਦੋਂ ਸੰਤ ਜੀ ਨਾਥ ਜੀ ਦੀ ਕੁਟੀਆ ਆਏ ਤਾਂ ਹੁਣ ਜਿੰਨੇ ਜੋਗੀ ਬੈਠੇ ਸੀ ਉਹ ਸੰਤਾਂ ਨੂੰ ਤਾਂ ਜਾਣਦੇ ਹੀ ਨਹੀਂ ਸੀ, ਨਾ ਕਿਸੇ ਨੇ ਦੇਖਿਆ ਹੋਇਆ ਸੀ ਸੰਤਾਂ ਨੂੰ। ਉਹਨਾਂ ਨੇ ਸਮਝਿਆ ਵੀ ਇਹ ਇਸੇ ਪਿੰਡ ਦਾ ਕੋਈ ਸ਼ਰਧਾਲੂ ਜੱਟ ਸਿੱਖ ਆ। ਕਿਸੇ ਨੇ ਕੋਈ ਸਮਝਿਆ ਵੀ ਸ਼ਾਇਦ ਕੋਈ ਨੇੜੇ ਦੇ ਨਗਰ ਦਾ ਹੋਊ, ਪਰ ਹੁਣ ਇਹਨਾਂ ਵਿੱਚੋਂ ਸਿਰਫ ਨਾਥ ਜੀ ਸੀਗੇ ਜਿਹੜੇ ਸੰਤਾਂ ਦੇ ਵਾਕਫ ਸੀਗੇ। ਸੰਤ ਜੀ ਤੇ ਨਾਥ ਜੀ ਜਦ ਆਮੋ ਸਾਹਮਣੇ ਹੋਏ ਤਾਂ ਨਾਥ ਜੀ ਅਜੇ ਸਤਿਕਾਰ ਵਜੋਂ ਇੱਕਦਮ ਉੱਠਣ ਹੀ ਲੱਗੇ ਤਾਂ ਸੰਤਾਂ ਨੇ ਫੁਰਤੀ ਨਾਲ ਜਾ ਕੇ ਨਾਥ ਜੀ ਦੇ ਚਰਨਾਂ ਤੇ ਆਪਣਾ ਸੀਸ ਰੱਖਤਾ। ਨਾਥ ਜੀ ਬੜੇ ਹੈਰਾਨ ਹੋ ਕੇ ਬੜੀ ਬੇਨਤੀ ਨਿਮਰਤਾ ਨਾਲ ਸੰਤਾਂ ਦਾ ਚਰਨਾਂ ਆਪਣਿਆਂ ਤੋਂ ਸੀਸ ਚੱਕ ਕੇ ਨਮਸਕਾਰ ਸੰਤਾਂ ਨੂੰ ਕਰਤਾ। ਫਿਰ ਸੰਤਾਂ ਦੇ ਚਿਹਰੇ ਵੱਲ ਤੱਕਿਆ। ਸੰਤਾਂ ਦਾ ਚਿਹਰਾ ਬੜੇ ਜਲਾਲ ਵਿੱਚ, ਮਸਤਕ ਤੇ ਇਲਾਹੀ ਨੂਰ, ਅੰਮ੍ਰਿਤਮਈ ਝਰਨੇ ਚਿਹਰੇ ਤੋਂ ਜਿਵੇਂ ਚੱਲ ਰਹੇ ਸੀ। ਨਾਥ ਜੀ ਦੇ ਨੇਤਰਾਂ ਵਿੱਚੋਂ ਵਿਰਾਗ ਦਾ ਜਲ ਚੱਲ ਪਿਆ। ਬਈ ਮਹਾਂਪੁਰਸ਼ੋ, ਮੈਨੂੰ ਗਰੀਬ ਨੂੰ ਤੁਸੀਂ ਮੱਥਾ ਟੇਕਿਆ। ਸੰਤਾਂ ਦਾ ਹੱਥ ਫੜ ਕੇ ਆਪਣੇ ਆਸਣ ਤੇ ਜੋਰੋ ਜੋਰੀ ਬਿਠਾ ਲਿਆ। ਸੰਤ ਸਾਰੇ ਸਾਧੂਆਂ ਦੇ ਸਤਿਕਾਰ ਵਜੋਂ ਭੁੰਜੇ ਬੈਠਣਾ ਚਾਹੁੰਦੇ ਸੀ, ਪਰ ਨਾਥ ਜੀ ਨੇ, ਹੋਰ ਸਿਆਣੇ ਸਾਧੂਆਂ ਨੇ, ਜਿਨ੍ਹਾਂ ਨੂੰ ਫਿਰ ਪਤਾ ਲੱਗਿਆ ਵੀ ਹਰਖਵਾਲਗੇ ਸੰਤ ਤਾਂ ਇਹ ਹੀ ਆ, ਥੱਲੇ ਨਾ ਬੈਠਣ ਦਿੱਤਾ। ਹੁਣ ਨਾਥ ਜੀ ਮਹਾਂਪੁਰਖਾਂ ਨੂੰ ਆਪਣੇ ਆਸਣ ਤੇ ਬਿਠਾਲ ਕੇ ਆਪ ਥੱਲੇ ਬੈਠਣ ਲੱਗੇ ਤਾਂ ਸੰਤ ਮਹਾਰਾਜ ਨੇ ਬਾਹੋਂ ਫੜ ਕੇ ਆਪਣੇ ਬਰੋਬਰ ਬਿਠਾ ਲਿਆ ਨਾਲ ਆਪਣੇ। ਕੈਸੀ ਉਸ ਵੇਲੇ ਇੱਕ ਦਸ਼ਾ ਦੇਖਣ ਨੂੰ ਸਮਾਂ ਕੈਸਾ ਬਣਿਆ ਹੋਇਆ। ਇੱਕ ਪਾਸੇ ਜਟਾ ਜੂਠ ਨਾਥ ਜੀ ਬੈਠੇ ਆ, ਇੱਕ ਪਾਸੇ ਗੁਰੂ ਨਾਨਕ ਮਹਾਰਾਜ ਜੀ ਦੇ ਦਰੋਂ ਘਰੋਂ ਵਰਸਾਏ ਹੋਏ ਸੰਤ ਮਹਾਰਾਜ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦੇ ਦਰੋਂ ਘਰੋਂ ਖੁਸ਼ੀਆਂ ਲੈ ਕੇ ਪੂਰਨ ਅਵਸਥਾ ਪ੍ਰਾਪਤ ਕਰੇ ਹੋਏ ਬਾਬਾ ਜਵਾਲਾ ਸਿੰਘ ਜੀ ਬੈਠੇ। ਹੁਣ ਇਹ ਦ੍ਰਿਸ਼ ਦੇਖਿਆ ਹੀ ਬਣਦਾ ਸੀ ਵੀ ਨਾਥ ਜੀ ਤੇ ਸੰਤ ਮਹਾਰਾਜ ਜਦੋਂ ਇਕੱਠੇ ਬੈਠੇ, ਹੁਣ ਗਿਆਨ ਦੀਆਂ ਗੱਲਾਂ ਚੱਲ ਪਈਆਂ ਤਾਂ ਸਾਰੇ ਸਾਧੂਆਂ ਨੇ ਆਪੋ ਆਪਣੇ ਸਿਧਾਂਤ ਕਥਨ ਕੀਤੇ, ਆਪੋ ਆਪਣੇ ਤਰੀਕੇ ਅਨੁਸਾਰ ਦੱਸਣਾ ਕੀਤਾ ਧਰਮ ਕੀ ਹੈ, ਕਿਵੇਂ ਧਰਮ ਤੇ ਚੱਲਿਆ ਜਾ ਸਕਦਾ। ਸੰਤ ਮਹਾਰਾਜ ਬੜੇ ਪ੍ਰੇਮ ਦੇ ਨਾਲ ਸਾਰਿਆਂ ਦੀਆਂ ਵਿਚਾਰਾਂ ਸੁਣ ਰਹੇ। ਅਖੀਰ ਸਾਰੇ ਸਾਧੂਆਂ ਨੇ ਮਿਲ ਕੇ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਨੂੰ ਪੁੱਛਿਆ, ਹੇ ਬਾਬਾ ਜੀ, ਇਹ ਜਿਹੜਾ ਮਨ ਚੰਚਲ ਹੈ ਇਹ ਕਿਸ ਤਰ੍ਹਾਂ ਵਸ ਹੋ ਸਕਦਾ ਹੈ? ਤਾਂ ਸੰਤਾਂ ਨੇ ਹੱਥ ਜੋੜ ਕੇ ਨਿਮਰਤਾ ਦੇ ਨਾਲ ਸਾਰੇ ਸਾਧੂਆਂ ਨੂੰ ਕਿਹਾ, ਕਹਿੰਦੇ ਜੀ ਮੈਂ ਤਾਂ ਅਨਪੜ੍ਹ ਹਾਂ, ਮੈਨੂੰ ਕੀ ਪਤਾ।
ਇਹ ਵਿਚਾਰਾਂ ਤਾਂ ਤੁਹਾਡੇ ਵਰਗੇ ਪੜ੍ਹੇ ਲਿਖੇ ਮਹਾਂਪੁਰਸ਼ ਹੀ ਕਰ ਸਕਦੇ ਆ। ਜਦੋਂ ਐਸੀ ਨਿਮਰਤਾ ਮਹਾਂਪੁਰਖਾਂ ਦੀ ਦੇਖੀ ਤਾਂ ਸਾਰਿਆਂ ਨੇ ਆਖਿਆ ਧੰਨ ਸੰਤ ਜੀ। ਪਰ ਹੁਣ ਨਾਥ ਜੀ ਨੇ ਸੰਤਾਂ ਨੂੰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਇਸ ਸਵਾਲ ਦਾ ਤੁਸੀਂ ਜਵਾਬ ਦੇ ਸਕਦੇ। ਤਾਂ ਸੰਤ ਮਹਾਰਾਜ ਜੀ ਨੇ ਬਚਨ ਕੀਤਾ, ਮਨ ਬਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਵੇ। ਸ਼ਲੋਕ ਆਤਮ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ, ਸੰਤ ਪ੍ਰਸਾਦੀ ਭੈ ਮਿਟੇ ਨਾਨਕ ਬਿਨਸੀ ਚਿੰਦ। ਮਹਾਂਪੁਰਸ਼ੋ, ਪਹਿਲਾਂ ਤਾਂ ਇਸ ਜੀਵ ਦੇ ਉੱਤੇ ਜਦੋਂ ਪੂਰਨ ਗੁਰੂ ਮਿਲ ਜਾਵੇ ਤੇ ਗੁਰੂ ਦੀ ਕਿਰਪਾ ਹੋਵੇ, ਗੁਰੂ ਦੀ ਖੁਸ਼ੀ ਲਈ ਜਾਵੇ। ਗੁਰੂ ਦੀ ਜਦੋਂ ਪੂਰਨ ਕਿਰਪਾ ਹੋ ਜਾਂਦੀ ਹੈ, ਫਿਰ ਇਹ ਮਨ ਕਿਤੇ ਨਹੀਂ ਜਾਂਦਾ, ਫਿਰ ਇਹ ਮਨ ਵਸੀਕਾਰ ਹੋ ਜਾਂਦਾ ਹੈ। ਸਾਡਾ ਰੋਕਿਆ, ਸਾਡਾ ਕਾਬੂ ਕੀਤਾ, ਇਹ ਮਨ ਨਹੀਂ ਰੁਕ ਸਕਦਾ। ਇਸ ਮਨ ਦੀਆਂ ਵਾਗਾਂ ਗੁਰੂ ਮੋੜ ਸਕਦਾ ਹੈ। ਤੇ ਗੁਰੂ ਦੀ ਜਦੋਂ ਪੂਰਨ ਕਿਰਪਾ ਹੋ ਜਾਂਦੀ ਤਾਂ ਇਸ ਨੂੰ ਗੁਰੂ ਦੀ ਮੱਤ ਦੇ ਉੱਤੇ ਦ੍ਰਿੜ ਵਿਸ਼ਵਾਸ ਹੋ ਜਾਂਦਾ ਹੈ। ਤਾਂ ਇਹ ਜੀਵ ਗੁਰਮਤਿ ਦੀ ਧਾਰਨਾ ਕਰਕੇ ਉਪਾਸਨਾ ਕਰਦਾ, ਪੂਜਾ ਕਰਦਾ ਹੈ, ਭਗਤੀ ਕਰਦਾ ਹੈ। ਫਿਰ ਜਦੋਂ ਉਪਾਸਨਾ ਕਰਦਾ, ਭਗਤੀ ਕਰਦਾ, ਉਪਾਸਨਾ ਦੁਆਰਾ ਅਕਾਲ ਪੁਰਖ ਦੇ ਗੁਣਾਂ ਨੂੰ ਗਾਇਨ ਕਰਦਾ, ਫਿਰ ਹੌਲੀ ਹੌਲੀ ਇਸ ਮਨ ਨੂੰ ਜਿੱਤ ਲੈਂਦਾ ਹੈ। ਫਿਰ ਇਸ ਦੇ ਸਾਰੇ ਭੈ ਮਿਟ ਜਾਂਦੇ, ਚਿੰਤਾਵਾਂ ਦੂਰ ਹੋ ਜਾਂਦੀਆਂ। ਭੈ ਤੇ ਚਿੰਤਾ ਸ਼ਤਰੂ ਕਰਕੇ ਹੁੰਦੀ ਹੈ। ਜਿਸ ਦਾ ਕੋਈ ਸ਼ਤਰੂ ਹੀ ਨਹੀਂ, ਉਸ ਨੂੰ ਕਿਸ ਦਾ ਭੈ ਹੈ, ਉਸ ਨੂੰ ਕਿਸ ਗੱਲ ਦੀ ਚਿੰਤਾ ਹੈ। ਜਦੋਂ ਇਸ ਨੇ ਗੁਰੂ ਦੀ ਕਿਰਪਾ ਦੁਆਰਾ ਮਨ ਰੂਪੀ ਸ਼ਤਰੂ ਨੂੰ ਜਿੱਤ ਲਿਆ ਤਾਂ ਸਮਝੋ ਸਾਰੇ ਸ਼ਤਰੂਆਂ ਤੇ ਇਸ ਨੇ ਫਤਿਹ ਪਾ ਲਈ। ਜੈਸਾ ਕਿ ਭਰਤਰੀ ਹਰੀ ਜੀ ਕਥਨ ਕਰਦੇ, ਮਨ ਰਿਪ ਜੀਤੇ ਸਭ ਰਿਪ ਜੀਤੇ, ਮਨ ਰਿਪ ਜੀਤੇ ਸਭ ਰਿਪ ਜੀਤੇ। ਮਨ ਰੂਪੀ ਸ਼ਤਰੂ ਜਿਉਂਦਾ ਹੈ ਤਾਂ ਇਸ ਦੇ ਸਾਰੇ ਸ਼ਤਰੂ ਜਿਉਂਦੇ ਹਨ, ਤੇ ਜੇ ਇਸ ਨੇ ਮਨ ਰੂਪੀ ਸ਼ਤਰੂ ਜਿੱਤ ਲਿਆ ਹੈ ਤਾਂ ਇਸ ਨੇ ਸਾਰੇ ਸ਼ਤਰੂ ਜਿੱਤ ਲਏ ਹਨ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਫਰਮਾਨ ਕਰਦੇ, ਮਨ ਜੀਤਾ ਜਗ ਜੀਤ। ਪੂਰੇ ਗੁਰੂ ਦੀ ਕਿਰਪਾ ਤੋਂ ਬਿਨਾਂ ਕਬੀਰ ਸਾਹਿਬ ਜੀ ਫਰਮਾਨ ਕਰਦੇ, ਮਮਾ ਮੂਲ ਗਹਿਆ ਮਨ ਮਾਨੈ, ਮਰਮੀ ਹੋਏ ਸੋ ਮਨ ਕੋ ਜਾਣੈ। ਮਤ ਕੋਈ ਮਨ ਮਿਲਤਾ ਬਿਲਮਾਵੈ, ਮਗਨ ਭਇਆ ਤੇ ਸੋ ਸੱਚ ਪਾਵੈ। ਮਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਮਨ ਹੀ ਮਨ ਸਿਉ ਕਹੈ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਜਦੋਂ ਮਨ ਸਾ ਮਿਲਿਆ ਤਾਂ ਫਿਰ ਕੀ ਹੋਇਆ? ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤਤ ਕੋ ਜੀਓ। ਇਹ ਮਨ ਲਓ, ਇਹ ਮਨ ਲੈ ਜੋ ਉਨ ਮਨ ਰਹਿ, ਤਾਂ ਤੀਨ ਲੋਕ ਕੀ ਬਾਤਾਂ ਕਹਿ। ਜਦੋਂ ਸੰਤਾਂ ਨੇ ਬਾਣੀ ਦੀ ਵਿਚਾਰ ਕੀਤੀ, ਇੱਕਦਮ ਜੋ ਜੋਗੀ ਸਨ, ਹੋਰ ਸਾਧੂ ਸਨ, ਸੰਤਾਂ ਨੂੰ ਧੰਨ ਧੰਨ ਕਹਿ ਉੱਠੇ ਵੀ ਜੈਸਾ ਨਾਥ ਜੀ ਤੋਂ ਤੁਹਾਡੇ ਬਾਰੇ ਸੁਣਿਆ ਸੀ, ਅੱਜ ਤੁਹਾਡੇ ਰਾਹੀਂ ਭਗਵਾਨ ਦੇ ਦਰਸ਼ਨ ਕਰ ਲਏ ਅਸੀਂ। ਸੰਤ ਮਹਾਰਾਜ ਤੁਹਾਡੇ ਰੂਪ ਦੇ ਵਿੱਚ ਸਾਨੂੰ ਅੱਜ ਭਗਵਾਨ ਮਿਲ ਗਿਆ ਹੈ। ਇਹ 2 ਘੰਟੇ ਸਤਸੰਗ ਹੋਇਆ। ਫਿਰ ਸੰਤਾਂ ਨੇ ਬੇਨਤੀ ਕੀਤੀ, ਮਹਾਂਪੁਰਸ਼ੋ ਤੁਸੀਂ ਮੰਡਲੀ ਬੜੇ ਭਾਗਾਂ ਦੇ ਨਾਲ ਇੱਥੇ ਆਏ ਹੋ ਤੇ ਸਾਡੇ ਤੇ ਕਿਰਪਾ ਕਰਿਓ, ਸਾਨੂੰ ਚਰਨ ਧੂੜੀ ਬਖਸ਼ਿਓ, ਸੰਤਗੜ੍ਹ ਡੇਰੇ ਵੀ ਤੁਸੀਂ ਚਰਨ ਪਾਇਓ। ਸੰਤ ਮਹਾਰਾਜ ਦੇ ਤੁਰਨ ਲੱਗਿਆਂ ਫਿਰ ਨਾਥ ਜੀ ਨੇ ਬੇਨਤੀ ਕੀਤੀ ਕਿ ਮੇਰੀ ਬੇਨਤੀ ਹੈ ਕਿ ਆਪ ਜੀ ਆਪਣੇ ਸਰੀਰ ਦੇ ਰਹਿੰਦਿਆਂ ਰਹਿੰਦਿਆਂ ਆਪਣੇ ਵਰਗੇ 5 ਸਾਧੂ ਜ਼ਰੂਰ ਪੈਦਾ ਕਰਕੇ ਜਾਇਓ। ਤੁਹਾਡੇ ਵਰਗਿਆਂ ਤੋਂ ਬਿਨਾਂ ਸੰਸਾਰ ਨਹੀਂ ਰਹਿ ਸਕਦਾ। ਆਪਣੇ ਵਰਗੇ 5 ਸਾਧੂ ਬਣਾ ਕੇ ਜਾਇਓ। ਜੇ 5 ਨਹੀਂ ਨਾ ਤਾਂ 1 ਤਾਂ ਜ਼ਰੂਰ ਹੀ ਬਣਾ ਕੇ ਜਾਇਓ। ਤਾਂ ਸੰਤ ਮਹਾਰਾਜ ਨਾਥ ਜੀ ਵੱਲ ਦੇਖ ਕੇ ਹੱਸਦੇ ਮੁਸਕੜੀਏ ਹੱਸਦੇ ਫਿਰ ਸਾਧੂਆਂ ਨੂੰ ਨਮਸਕਾਰ ਕਰਕੇ ਆਪਣੇ ਡੇਰੇ ਵੱਲ ਨੂੰ ਤੁਰ ਪਏ। ਐਸੀਆਂ ਸਾਖੀਆਂ ਮਹਾਂਪੁਰਖਾਂ ਦੇ ਜੀਵਨ ਦੀਆਂ। ਜੇ ਕਦੇ ਬਾਰਿਸ਼ ਨਾ ਪੈਣੀ, ਸੰਗਤਾਂ ਇਕੱਠੀਆਂ ਹੋ ਕੇ ਆ ਜਾਣਾ, ਮਹਾਰਾਜ ਇਹ ਸਾਡਾ ਇਲਾਕਾ
ਬਾਰਿਸ਼ ਦੇ ਨਾਲ ਫਸਲਾਂ ਹੁੰਦੀਆਂ, ਕਿਰਪਾ ਕਰੋ, ਇਲਾਕੇ ਤੇ ਤਰਸ ਕਰੋ। ਤਾਂ ਮਹਾਂਪੁਰਖਾਂ ਨੇ ਕਹਿਣਾ ਆਓ ਇਕੱਠੇ ਹੋ ਕੇ ਕੀਰਤਨ ਕਰੀਏ। ਤਾਂ ਸਿੱਧਾ ਜੋਟੀਆਂ ਦਾ ਸ਼ਬਦ ਮਹਾਂਪੁਰਸ਼ਾਂ ਨੇ ਮੋਰੀ ਰੁਣ ਚੁਣ ਲਾਇਆ, ਭੈਣੇ ਸਾਬਣੇ ਆਇਆ। ਧਾਰਨਾ ਰੂਪ ਦੇ ਵਿੱਚ ਪੜ੍ਹਨਾ ਮਹਾਂਪੁਰਖਾਂ ਨੇ, ਮੋਰਾਂ ਨੇ ਰੁਣ ਚੁਣ ਲਾਇਆ, ਭੈਣੇ ਨਹੀਂ ਸਾਬਣੇ ਆਇਆ। ਅੱਧਾ ਘੰਟਾ ਕੀਰਤਨ ਕਰਦਿਆਂ ਹੋਇਆ ਇੱਕ ਵਾਰ ਕਾਲੀਆਂ ਘਟਾਵਾਂ ਚੜ੍ਹ ਆਈਆਂ ਤੇ ਉਸ ਵੇਲੇ ਬਾਰਿਸ਼ ਲੱਗ ਪਈ। ਇੱਕ ਵਾਰੀ ਨਹੀਂ, ਅਨੇਕਾਂ ਵਾਰੀ ਹੋਇਆ। ਹਰਖਵਾਲ ਸਾਹਿਬ ਦੇ ਨਾਲ ਪੁਰਾਣੇ ਸਮਿਆਂ ਤੋਂ ਲੈ ਕੇ ਜਿਹੜੀ ਸੰਗਤ ਜੁੜੀ ਹੋਈ ਹੈ, ਉਹ ਕਈ ਸਰੀਰ ਇਸ ਵੇਲੇ ਵੀ ਇਸ ਗੱਲ ਦੇ ਸਬੂਤ ਗਵਾਹ ਹੋਣਗੇ ਵੀ ਸੰਤ ਮਹਾਰਾਜ ਨੇ ਕਈ ਵਾਰੀ ਇਦਾਂ ਕਰਨੀ, ਆਓ ਬੈਠੋ ਕੀਰਤਨ ਕਰੀਏ, ਪਰਮੇਸ਼ਰ ਅੱਗੇ ਬੇਨਤੀਆਂ ਕਰੀਏ। ਕਈ ਚਿਰ ਦੀ ਲੱਗੀ ਹੋਈ ਔੜ ਸੰਤਾਂ ਦੇ ਕੀਰਤਨ ਕਰਦਿਆਂ ਕਰਦਿਆਂ ਤੇ ਮੀਂਹ ਪੈਣ ਲੱਗ ਪੈਣਾ। ਐਸੀਆਂ ਕਰਾਮਾਤਾਂ, ਐਸੇ ਕੌਤਕ ਸੁਤੇ ਸਿੱਧ ਹੀ ਵਰਤ ਜਾਂਦੇ ਸੀ ਮਹਾਂਪੁਰਖਾਂ ਦੇ ਕੋਲ। ਤੋ ਸੰਤਾਂ ਦੀ ਜੋ ਕਿਰਿਆ ਸੀ ਬੜੀ ਉੱਚੀ ਸੀ। ਮਹਾਂਪੁਰਖ ਹਮੇਸ਼ਾ ਧਰਮ ਸਥਾਨਾਂ ਤੇ ਜ਼ਰੂਰ ਜਾਇਆ ਕਰਦੇ। ਜਿਸ ਤਰ੍ਹਾਂ ਨਨਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਜਾਂਦੇ, ਅੰਮ੍ਰਿਤਸਰ ਸਾਹਿਬ ਦੀਵਾਲੀ ਦੇ ਸਮੇਂ ਤੇ ਜਾਂਦੇ, ਗੁਰੂ ਰਾਮਦਾਸ ਜੀ ਦੇ ਅਵਤਾਰ ਪੁਰਬ ਤੇ ਵੀ ਦਰਬਾਰ ਸਾਹਿਬ ਜ਼ਰੂਰ ਜਾਂਦੇ। ਏਕਮ ਸੁਦੀ ਭਾਦੋਂ ਜਦੋਂ ਪਹਿਲਾ ਪ੍ਰਕਾਸ਼ ਹੋਇਆ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ, ਉਦੋਂ ਵੀ ਹਰਿਮੰਦਰ ਸਾਹਿਬ ਜ਼ਰੂਰ ਜਾਂਦੇ। ਆਨੰਦਪੁਰ ਸਾਹਿਬ ਹੋਲੇ ਮਹੱਲੇ ਦੇ ਸਮੇਂ ਜ਼ਰੂਰ ਜਾਂਦੇ। ਦਮਦਮਾ ਸਾਹਿਬ ਸਾਬੂ ਕੀ ਤਲਵੰਡੀ ਪੰਜਵੇਂ ਤਖਤ ਤੇ ਉੱਥੇ ਵੀ ਜ਼ਰੂਰ ਜਾਂਦੇ। ਹਜੂਰ ਸਾਹਿਬ, ਸੱਚਖੰਡ, ਪਟਨਾ ਸਾਹਿਬ ਔਰ ਤਰਨ ਤਾਰਨ ਤਾਂ ਹਮੇਸ਼ਾ ਮੱਸਿਆ ਦੀ ਮੱਸਿਆ ਜਾਂਦੇ ਸੀ ਤੇ ਲੰਗਰ ਵੀ ਲਾਉਂਦੇ ਸੀ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਤੇ ਮਹਾਂਪੁਰਖਾਂ ਨੇ ਨਨਕਾਣਾ ਸਾਹਿਬ ਜਾਣਾ ਸੀ। 5 ਦਿਨ ਰਹਿ ਗਏ ਸੀ ਜਾਣ ਨੂੰ। ਅੱਜ ਅੰਮ੍ਰਿਤ ਵੇਲੇ ਲਾਂਗਰੀ ਇੰਦਰ ਸਿੰਘ ਨੇ ਕੜਾਹ ਪ੍ਰਸ਼ਾਦ ਦੀ ਦੇਗ ਸਜਾਈ। ਹੁਣ ਆਹ ਬਚਨ ਬਹੁਤ ਧਿਆਨ ਦੇ ਕੇ ਸੁਣਿਓ, ਜੀਵਨ ਦੇ ਵਿੱਚ ਕੰਮ ਆਉਣ ਵਾਲਾ। ਜਿਹੜੀ ਗਲਤੀ ਅਸੀਂ ਆਮ ਤੌਰ ਤੇ ਹਮੇਸ਼ਾ ਹੀ ਕਰਦੇ ਹਾਂ, ਔਰ ਗੁਰੂ ਘਰਾਂ ਦੇ ਵਿੱਚ ਜਿਹੜੇ ਗ੍ਰੰਥੀ ਸਿੰਘ ਜਾਂ ਜਿਹੜੀਆਂ ਸੰਗਤਾਂ ਗੁਰੂ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਪ੍ਰਤੱਖ ਸਰੂਪ ਜਾਣਦੀਆਂ, ਉਹ ਜ਼ਰੂਰ ਸੁਚੇਤ ਇਸ ਬਾਬਤ ਹੋਣ। ਹੁਣ ਮਹਾਂਪੁਰਖ ਜੋ ਇੱਥੇ ਖੇਡ ਵਰਤਾ ਕੇ ਦੱਸ ਰਹੇ ਇਸ ਸਾਖੀ ਦੇ ਵਿੱਚ, ਉਹ ਸਾਡੇ ਸਾਰਿਆਂ ਦੇ ਜੀਵਨ ਵਿੱਚ ਕੰਮ ਆਉਣ ਵਾਲਾ ਬਚਨ ਹੈ। ਬਹੁਤ ਜ਼ਿਆਦਾ ਇਸ ਗੱਲੋਂ ਭੁੱਲ ਕਰਦੇ ਹਾਂ, ਅਸੀਂ ਗਲਤੀ ਕਰਦੇ ਹਾਂ। ਹੁਣ ਬਚਨ ਕੀ ਹੋਇਆ ਬਈ ਲਾਂਗਰੀ ਇੰਦਰ ਸਿੰਘ ਨੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਲਿਆਂਦੀ। ਪਤਾ ਨਹੀਂ ਸ਼ਾਇਦ ਅੱਜ ਲੰਗਰ ਦੇ ਵਿੱਚ ਕੋਈ ਜ਼ਰੂਰੀ ਪਹਿਰਾ ਸੀ ਇੰਦਰ ਸਿੰਘ ਦਾ, ਜਾਂ ਵੈਸੇ ਲਾਪਰਵਾਹੀ ਕਰ ਗਿਆ। ਉਹਨੇ ਲਿਆ ਕੇ ਦੇਗ ਤੇ ਆਨੰਦ ਸਾਹਿਬ ਪੜ੍ਹ ਕੇ ਬੜੀ ਛੇਤੀ ਨਾਲ ਗਰਮ ਗਰਮ ਕੜਾਹ ਪ੍ਰਸ਼ਾਦ ਨੂੰ ਭੋਗ ਲਵਾ ਦਿੱਤਾ। ਆ ਹੁਣ ਬਚਨ ਜ਼ਰੂਰ ਪੱਲੇ ਬੰਨਿਓ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਦੋਂ ਕੜਾਹ ਪ੍ਰਸ਼ਾਦ ਦੀ ਦੇਗ ਲਿਆਂਦੀ ਜਾਂਦੀ ਆ, ਆਨੰਦ ਸਾਹਿਬ ਦਾ ਪਾਠ ਕੀਤਾ ਜਾਂਦਾ, ਤੇ ਕਦੇ ਵੀ ਗਰਮ ਦੇਗ ਨੂੰ ਭੋਗ ਨਹੀਂ ਲਵਾਉਣਾ। ਉਹਨੇ ਗਰਮ ਗਰਮ ਦੇਗ ਨੂੰ ਭੋਗ ਲਵਾ ਦਿੱਤਾ। ਤਾਂ ਸੰਤ ਮਹਾਰਾਜ ਉਸ ਵੇਲੇ ਅਖੰਡ ਭਵਨ ਵਾਲੀ ਕੁਟੀਆ ਵਿੱਚ ਬੈਠੇ ਸੀ। ਇੱਧਰ ਸੰਤ ਇੰਦਰ ਸਿੰਘ ਨੇ ਗਰਮ ਦੇਗ ਨੂੰ ਭੋਗ ਲਵਾਇਆ, ਉਧਰ ਸੰਤ ਮਹਾਰਾਜ ਦੇ ਮੁਖ ਤੇ ਅੰਦਰਲੇ ਪਾਸੇ ਬੜੇ ਬੜੇ ਛਾਲੇ ਪੈ ਗਏ। ਮਹਾਂਪੁਰਖਾਂ ਦਾ ਮੁਖ ਵੀ ਸੁੱਜ ਗਿਆ, ਚਿਹਰਾ ਲਾਲ ਸੁਰਖ ਹੋ ਗਿਆ। ਸੰਤਾਂ ਦੇ ਕੋਲ ਉਸ ਵੇਲੇ ਮਲਮਲ ਦਾ ਛੋਟਾ ਜਿਹਾ ਪਰਨਾ ਪਿਆ ਸੀ। ਮਹਾਂਪੁਰਖਾਂ ਨੇ ਆਪਣੇ ਚਿਹਰੇ ਤੇ ਲਪੇਟ ਲਿਆ। ਜਦੋਂ ਬਾਬਾ ਜੋਧ ਸਿੰਘ ਸੰਤਾਂ ਨੂੰ ਜਲ ਪਾਣੀ ਛਕਾਉਣ ਵਾਸਤੇ ਹਜ਼ੂਰੀ 'ਚ ਗਿਆ ਤਾਂ ਕੀ ਦੇਖਿਆ ਵੀ ਸਾਰੇ ਚਿਹਰੇ ਤੇ ਛਾਲੇ, ਐ ਲਾਲ ਸੁਰਖ ਹੋਇਆ ਪਿਆ ਮੂੰਹ, ਮੁਖ ਢਕਿਆ ਹੋਇਆ ਸੰਤਾਂ ਨੇ। ਜਦੋਂ ਬਾਬਾ ਜੋਧ ਸਿੰਘ ਨੇ ਜਲ ਪਾਣੀ ਛਕਣ ਵਾਸਤੇ ਬੇਨਤੀ ਕੀਤੀ ਤਾਂ ਸੰਤ ਉਸ ਸਮੇਂ ਬੋਲ ਨਾ ਸਕੇ। ਬੋਲਿਆ ਨਾ ਜਾਵੇ, ਇੰਨੇ ਛਾਲੇ ਹੋ ਗਏ। ਫਿਰ ਫਟਕੜੀ ਆਦਿਕ ਹੋਰ ਦਵਾਈਆਂ, ਗਰਾਰੇ ਕੀਤੇ। ਸੰਧਿਆ ਵੇਲੇ ਤੱਕ ਥੋੜਾ ਜਿਹਾ ਬੋਲਣ ਦੇ ਕਾਬਲ ਹੋਏ। ਫਿਰ ਸੰਤ ਇੰਦਰ ਸਿੰਘ ਨੂੰ ਆਪਣੇ ਕੋਲ ਸੱਦਿਆ ਤੇ ਸਾਰੀ ਸੰਗਤ ਨੂੰ ਵੀ ਆਪਣੇ ਕੋਲ ਸੱਦ ਕੇ
ਤਾੜਨਾ ਕੀਤੀ, ਸਿੱਖਿਆ ਦਿੱਤੀ। ਕੜਾਹ ਪ੍ਰਸ਼ਾਦ ਨੂੰ ਭੋਗ ਉਦੋਂ ਲਵਾਉਣਾ ਜਦੋਂ ਉਹ ਛਕਣ ਜੋਗਾ ਠੰਡਾ ਹੋ ਜਾਵੇ, ਕਦੇ ਵੀ ਗਰਮ ਦੇਗ ਨੂੰ ਭੋਗ ਨਹੀਂ ਲਵਾਉਣਾ। ਹੁਣ ਇੱਥੇ ਦੇਖੋ ਮਹਾਂਪੁਰਖਾਂ ਦੀ ਅਵਸਥਾ ਗੁਰੂ ਸਾਹਿਬ ਦੇ ਨਾਲ ਕਿਸ ਤਰ੍ਹਾਂ ਇੱਕਮਿਕ ਹੋ ਚੁੱਕੇ ਸੀ। ਮਹਾਂਪੁਰਖ ਬੈਠੇ ਆਪਣੀ ਕੁਟੀਆ ਦੇ ਵਿੱਚ ਹਨ, ਦਰਬਾਰ ਦੇ ਵਿੱਚ ਭੋਗ ਲੱਗ ਰਿਹਾ ਹੈ, ਛਾਲੇ ਮਹਾਂਪੁਰਖਾਂ ਦੇ ਮੁਖ ਵਿੱਚ ਪੈ ਗਏ। ਸਮਝਾਉਣ ਵਾਸਤੇ, ਸਿੱਖਿਆ ਦੇਣ ਵਾਸਤੇ ਵੀ ਪ੍ਰੇਮੀਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕਦੇ ਗੈਰ ਹਾਜ਼ਰ ਨਾ ਸਮਝੋ। ਮਹਾਰਾਜ ਭੋਗ ਲਾਉਂਦੇ ਆ। ਇੰਦਰ ਸਿੰਘ ਜੀ ਨੇ ਅੱਜ ਗਰਮ ਦੇਗ ਨੂੰ ਭੋਗ ਲਵਾਇਆ। ਮਹਾਂਪੁਰਸ਼ ਕਹਿੰਦੇ ਸਾਡੇ ਮੂੰਹ ਵਿੱਚ ਛਾਲੇ ਪੈ ਗਏ। ਸੰਗਤ ਨੂੰ ਬੜਾ ਦੁੱਖ ਹੋਇਆ, ਸਾਰਿਆਂ ਨੇ ਮਾਫੀ ਮੰਗੀ। ਇੰਦਰ ਸਿੰਘ ਨੇ ਵਿਸ਼ੇਸ਼ ਕਰਕੇ ਮਹਾਂਪੁਰਸ਼ਾਂ ਦੇ ਚਰਨਾਂ ਤੇ ਸੀਸ ਰੱਖ ਕੇ ਮਾਫੀ ਮੰਗੀ। ਮਹਾਰਾਜ ਇਹੋ ਜਿਹੀ ਗਲਤੀ ਅੱਗੇ ਤੋਂ ਨਹੀਂ ਹੋਊਗੀ। ਹੁਣ ਮਹਾਂਪੁਰਖ ਆਪਣੇ ਸਮੇਂ ਅਨੁਸਾਰ ਨਨਕਾਣਾ ਸਾਹਿਬ ਵੀ ਗਏ। ਆਪਣੇ ਸਰੀਰ ਦੇ ਦੁੱਖ ਨੂੰ ਮਹਾਂਪੁਰਸ਼ਾਂ ਨੇ ਕੁਛ ਨਾ ਜਾਣਿਆ। ਤੋ ਇਸ ਤਰ੍ਹਾਂ ਸੰਤ ਮਹਾਰਾਜ ਗੁਰਮਤਿ ਦੇ ਅਸੂਲਾਂ ਨੂੰ ਦ੍ਰਿੜ ਕਰਾਉਂਦੇ। ਵਿਦਵਾਨ ਕਹਿੰਦੇ ਨੇ ਵੀ ਜਿਹੜੇ ਅਵਤਾਰ ਨੇ ਇਹ ਕਈ ਤਰ੍ਹਾਂ ਦੇ ਹੁੰਦੇ। ਇੱਕ ਪੂਰਨ ਅਵਤਾਰ ਹੁੰਦੇ, ਵਿਭੂਤੀ ਅਵਤਾਰ ਹੁੰਦੇ, ਨਿਮਿਤ ਅਵਤਾਰ ਹੁੰਦੇ, ਨਿਤ ਅਵਤਾਰ ਹੁੰਦੇ, ਅੰਸਾ ਅਵਤਾਰ ਹੁੰਦੇ। ਇੱਕ ਪੂਰਨ ਅਵਤਾਰ ਜੈਸੇ ਕਿ ਰਾਮਚੰਦਰ ਜੀ, ਕ੍ਰਿਸ਼ਨ ਜੀ ਮਹਾਰਾਜ, ਦਸੇ ਪਾਤਸ਼ਾਹੀਆਂ ਵੀ ਪੂਰਨ ਅਵਤਾਰ ਸਨ, ਪੂਰਨ ਗੁਰ ਅਵਤਾਰ। ਵਿਭੂਤੀ ਅਵਤਾਰ, ਨਿਮਿਤ ਅਵਤਾਰ। ਵਿਭੂਤੀ ਅਵਤਾਰ ਦੇਵਤਿਆਂ ਆਦਿਕ, ਦੇਵਤਿਆਂ ਦੇ ਅਵਤਾਰ। ਔਰ ਨਿਮਿਤ ਅਵਤਾਰ ਜੈਸੇ ਕਿ ਵਿਸ਼ਨੂੰ ਜੀ ਨੇ ਨਰਸਿੰਘ ਦਾ ਅਵਤਾਰ ਧਾਰਿਆ, ਪ੍ਰਹਲਾਦ ਜੀ ਦੇ ਖਾਤਰ ਨਿਮਿਤ ਖਾਤਰ ਆਏ। ਇਸੇ ਪ੍ਰਕਾਰ ਅੰਸਾ ਅਵਤਾਰ ਭਗਵਾਨ ਜੀ ਦੀਆਂ ਕੁਝ ਕਲਾ ਲੈ ਕੇ ਸੰਸਾਰ ਵਿੱਚ ਪ੍ਰਗਟ ਹੋਣਾ, ਜਿਸ ਤਰ੍ਹਾਂ ਪਰਸ਼ੁਰਾਮ ਆਇਆ ਸੀ। ਤੇ ਨਿਤ ਅਵਤਾਰ ਜਿਹੜੇ ਪੂਰਨ ਸੰਤ ਹੁੰਦੇ ਉਹ ਨਿਤ ਅਵਤਾਰ ਹੁੰਦੇ। ਸੰਤ ਵੀ ਹਰੇਕ ਨਹੀਂ ਬਣ ਸਕਦਾ, ਹਾਰੀ ਸਾਰੀ ਨੂੰ ਸੰਤ ਨਹੀਂ ਕਹਿ ਸਕਦੇ। ਸੰਤਾਂ ਦੇ ਲੱਛਣ ਹੁੰਦੇ। ਮੰਤਰੰ ਰਾਮ ਨਾਮ ਧਿਆਨੰ ਸਰਬਤਰ ਪੂਰਨ ਹੈ। ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨ ਹੈ। ਗਿਆਨੰ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰਣ ਹੈ। आठ पहर निकट कर जाने प्रभ का किया मीठा मन है। एक नाम संतन आधार होए रही सबकी पगशार। संत रहत सुनो मेरे भाई वहाँ की महिमा कथन न जाई। बर्तन जाके केवल नाम आनंद रूप कीर्तन विश्राम। मित्र सत्र जाके एक समान है प्रभ अपने बिन अवर न जाने। कोट कोट अग काटन हारा दुख दूर करन जी के दातारा। सूरवीर बचन के बली कौला बबरी संति छली। ताका संग बादशाह सुरदेव अमोघ दर्श सफल जा की से। कर जोड़ नानक करे अरदास मोहे संत है टहल दीजै गुणतास। जिन्हें सास गिरास ना विसरै हर नामा मन मंत धन से सई नानका पूरन सोई संत। सो ऐसे महापुरख आप घालना घालते ततिक्षा करते साधन करते जग्यासुआं नूं भी उपदेश दिया करते साधन करन दा। पर कच्चे मना वाले संतां कोल आ जांदे इस गल नूं मुख रख के मैं इत्थे खाण पीण नूं वधिया मिलो। पर संतां दा वचन ना मनदे साधन करन वाला। इस तरह डेरे संतां दी हजूरी च एक बारी 30-35 सेवादार रहन लग पे। उस समय महाराज आप बहुत कठिन तप करते सी। सर्दियां दे समय कोरे पैंदे च एक मामूली जिहे पतले जे कपड़े दी चादर लैके सारी रात बाहर बैठ के भजन करते। जां घूमते रहना, घूम के भजन करना, फिर तुर के भजन करना। जेठ हाड़ दी गर्मी सारा 4 महीने नंगे पैरी
दिन के 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਰੇਤੇ ਦੇ ਉੱਤੇ ਫਿਰਨਾ। ਇਹ ਸੰਤਾਂ ਦੇ ਸਾਧਨ ਸਨ। ਡੇਰੇ ਵਿੱਚ ਪਦਾਰਥ ਛਕਣ ਦੇ ਲਾਲਚੀ ਜਗਿਆਸੂ ਬਣ ਕੇ ਆ ਗਏ। ਪਦਾਰਥ ਛਕਣੇ ਛਕ ਕੇ ਆਪਣੇ ਮੰਜਿਆਂ ਤੇ ਚੰਗੇ ਬਿਸਤਰੇ ਵਿਛਾ ਕੇ ਦਿਨ ਰਾਤ ਸੁੱਤੇ ਰਹਿਣਾ। ਸੰਤਾਂ ਨੇ ਇਹ ਵਿਚਾਰਿਆ ਵੀ ਇਹ ਲੋਕ ਸੰਗਤ ਵਿੱਚ ਆ ਕੇ ਆਪਣਾ ਭਲਾ ਨਹੀਂ ਕਰ ਸਕਦੇ। ਇਹ ਜੋ ਕਿਰਤੀਆਂ ਦੇ ਆਏ ਪਦਾਰਥਾਂ ਨੂੰ ਛਕ ਕੇ ਆਨੰਦ ਮਾਣਦੇ ਆ, ਇਹਨਾਂ ਪਦਾਰਥਾਂ ਨੂੰ ਖਾ ਕੇ ਇਹਨਾਂ ਨੂੰ ਲੇਖਾ ਦੇਣਾ ਔਖਾ ਹੋ ਜਾਣਾ। ਇਸ ਵਾਸਤੇ ਪਰਮਾਰਥ ਦੇ ਸਾਧਨਾਂ ਵਿੱਚ ਲਾ ਕੇ ਇਹਨਾਂ ਲੋਕਾਂ ਦਾ ਭਲਾ ਕਰੀਏ ਕਿਸੇ ਤਰ੍ਹਾਂ। ਇੱਕ ਦਿਨ ਸੰਤਾਂ ਨੇ ਕੀ ਕੀਤਾ, ਡੇਰੇ ਦੇ ਜਿੰਨੇ ਮੰਜੇ ਬਿਸਤਰੇ ਸਾਰੇ ਇੱਕ ਜਗ੍ਹਾ ਇਕੱਠੇ ਕਰਾ ਲਏ। ਚੰਗੇ ਚੰਗੇ ਪਲੰਘ ਵੀ ਕਢਾ ਲਏ ਅੰਦਰੋਂ। ਜਿੰਨੇ ਬਿਸਤਰੇ ਸੀਗੇ ਕੱਪੜੇ ਉਹ ਵੀ ਇਕੱਠੇ ਕਰਾ ਲਏ। ਰਜਾਈਆਂ, ਤਲਾਈਆਂ, ਸਰਾਣੇ, ਦਰੀਆਂ, ਤਲਾਈ ਦੇ ਉੱਪਰ ਵਿਛਾਉਣ ਵਾਲੀਆਂ ਚਾਦਰਾਂ ਬੜੀਆਂ ਸੋਹਣੀਆਂ ਸੋਹਣੀਆਂ। ਇੱਕ ਬਾਬਾ ਈਸ਼ਰ ਸਿੰਘ ਜੀ ਦੇ ਪਲੰਘ ਤੋਂ ਬਿਨਾਂ ਔਰ ਉਹਨਾਂ ਦੇ ਬਿਸਤਰੇ ਤੋਂ ਬਿਨਾਂ ਸਾਰਿਆਂ ਦੇ ਬਿਸਤਰੇ ਤੇ ਸਾਰਿਆਂ ਦੇ ਮੰਜੇ ਪਲੰਘ ਇੱਕ ਥਾਂ ਇਕੱਠੇ ਕਰਕੇ ਮਹਾਂਪੁਰਖਾਂ ਨੇ ਅੱਗ ਲਵਾਤੀ। ਇਹ ਸਾਰਾ ਕੁਝ ਸੜਦਾ ਰਿਹਾ ਤੇ ਹਜੂਰ ਨੇ ਆਪ ਸਾਰਿਆਂ ਨੂੰ ਕੋਲ ਸੱਦ ਕੇ ਕਿਹਾ, ਕੋਈ ਵੀ ਇਸ ਡੇਰੇ ਦੇ ਵਿੱਚ ਰਹਿائش ਰੱਖਣ ਵਾਲਾ ਮੰਜੇ ਤੇ ਨਹੀਂ ਪਵੇ, ਨਾ ਬਿਸਤਰਾ ਵਿਛਾ ਕੇ ਪਵੇ। ਰਾਤ ਨੂੰ 10 ਵਜੇ ਤੋਂ ਪਹਿਲਾਂ ਕੋਈ ਸੌਵੇਂ ਨਾ। ਅੰਮ੍ਰਿਤ ਵੇਲੇ 3 ਵਜੇ ਤੋਂ ਬਾਅਦ ਕੋਈ ਸੁੱਤਾ ਨਾ ਰਹੇ। 3 ਵਜੇ ਉੱਠ ਕੇ ਸਾਰਿਆਂ ਨੇ ਇਸ਼ਨਾਨ ਕਰਨਾ ਲਾਜ਼ਮੀ। ਫਿਰ 3 ਵਜੇ ਤੋਂ ਬਾਅਦ ਬਾਣੀ ਪੜ੍ਹਨੀ, ਸਿਮਰਨ ਕਰਨਾ, ਇਹ ਹਰੇਕ ਸੇਵਾਦਾਰ ਲਈ ਜ਼ਰੂਰੀ ਹੋਊਗਾ। ਦਿਨੇ ਕੋਈ ਸੌਂ ਨਹੀਂ ਸਕਦਾ। ਦਿਨੇ ਕਿਸੇ ਨੂੰ ਸੁੱਤਾ ਦੇਖ ਲਿਆ ਫਿਰ ਉਹਦੀ ਸੇਵਾ ਹੋਊ। ਸੇਵਾ ਕਰੋ, ਬਾਣੀ ਪੜ੍ਹੋ। ਸਾਰਿਆਂ ਨੂੰ ਮਹਾਂਪੁਰਸ਼ਾਂ ਨੇ ਇੱਕ ਇੱਕ ਸਫ ਲਿਆ ਦਿੱਤੀ ਫੂੜੀ ਵੀ ਇਹਦੇ ਤੇ ਪੈਣਾ ਅੱਜ ਤੋਂ ਬਾਅਦ। ਜਦ ਸੰਤਾਂ ਨੇ ਥੋੜੀ ਜਿਹੀ ਸਖਤੀ ਕੀਤੀ ਤਾਂ ਥੋੜੇ ਦਿਨਾਂ ਦੇ ਵਿੱਚ ਹੀ ਆਰਾਮ ਕਰਨ ਵਾਲੇ ਤੇ ਸੁੱਖ ਲੈਣ ਵਾਲੇ ਸਾਰੇ ਹੀ ਖਿਸਕ ਗਏ, ਚਲੇ ਗਏ ਛੱਡ ਕੇ। ਕਹਿੰਦੇ ਇਦਾਂ ਰਹਿਣਾ ਤਾਂ ਬੜਾ ਔਖਾ। 35 ਜਣਿਆਂ ਦੇ ਵਿੱਚੋਂ 6-7 ਸਰੀਰੇ ਰਹਿ ਗਏ, ਬਾਕੀ ਸਾਰੇ ਹੀ ਛੱਡ ਕੇ ਚਲੇ ਗਏ। ਜਗਿਆਸੂਆਂ ਦੇ ਭਲੇ ਲਈ ਇਹ ਸਾਧਨ ਚੱਲਦੇ ਰਹੇ। 1-2 ਸਾਲਾਂ ਬਾਅਦ ਹੋਰ 20-25 ਸਾਧਨ ਕਰਨ ਵਾਲੇ ਇਕੱਤਰ ਹੋ ਕੇ ਡੇਰੇ ਰਹਿਣ ਲੱਗ ਪਏ। ਸੰਤਾਂ ਨੇ ਵਿਚਾਰਿਆ ਵੀ ਇਹਨਾਂ ਦੀ ਵੀ ਪ੍ਰੀਖਿਆ ਹੋਣੀ ਚਾਹੀਦੀ ਹੈ। 1929 ਦਾ ਸੰਮਤ ਸੀ। ਗਰਮੀ ਦਾ ਚਮਾਸਾ ਚਲਿਆ ਗਿਆ ਸੀ। ਅੱਸੂ ਕੱਤਕ ਦੀ ਸਰਦ ਰੁੱਤ ਆ ਗਈ ਸੀ। ਜਦੋਂ ਮੱਘਰ ਦਾ ਮਹੀਨਾ ਚੜ੍ਹਿਆ ਤਾਂ ਸੰਤਾਂ ਨੇ ਅੰਮ੍ਰਿਤ ਵੇਲੇ ਸਾਰੇ ਡੇਰੇ ਦੇ ਜਿੰਨੇ ਸੇਵਾਦਾਰ ਸਾਰਿਆਂ ਨੂੰ ਪਾਣੀ ਦੇ ਵਿੱਚ ਬਿਠਾ ਲੈਣਾ ਲਿਆ ਕੇ। ਟੂਟੀਆਂ ਵਾਲਾ ਜਿਹੜਾ ਖੂਹ ਸੀ ਇਹਦੀ ਮੌਣ ਦੇ ਨਾਲ ਲੱਗਵਾ ਪੱਛੋਂ ਦੇ ਪਾਸੇ ਇੱਕ 3.5 ਫੁੱਟ ਡੂੰਘਾ ਚਬੱਚਾ ਬਣਾ ਲਿਆ। ਖੂਹ ਦੀ ਹਲਟੀ ਦੁਆਰਾ ਪਹਿਲਾਂ ਇਹਨੂੰ ਗੇੜ ਕੇ ਭਰ ਲੈਣਾ ਤਾਂ ਫਿਰ ਇਹਦੇ ਵਿੱਚ ਸਾਰਿਆਂ ਨੂੰ ਬਿਠਾ ਲੈਣਾ। ਸੰਤ ਮਹਾਰਾਜ ਆਪ ਵੀ ਨਾਲ ਬੈਠਦੇ। ਸੰਤ ਮਹਾਰਾਜ ਜੀ ਦਾ ਅਤੇ ਸੰਤਾਂ ਦੁਆਰਾ ਸਾਰਿਆਂ ਗੁਰਸਿੱਖਾਂ ਦਾ ਇਹ ਸਾਧਨ ਦੇਖ ਕੇ ਜਿਹੜੇ ਪੱਕੇ ਸੀਗੇ ਉਹ ਰਹਿ ਗਏ, ਕੱਚੇ ਪਿੱਲੇ ਸਾਰੇ ਪਦਾਰਥ ਖਾਣ ਦੇ ਚਾਹਵਾਨ ਛੱਡ ਕੇ ਭੱਜ ਗਏ। ਬਸ ਉਹੀ ਸਿੱਧਕੀ ਸੇਵਾਦਾਰ ਹੀ ਰਹਿ ਗਏ ਸਾਰੇ। ਸੋ ਇਸ ਤਰ੍ਹਾਂ ਨਾਲ ਮਹਾਂਪੁਰਖ ਕਠਨ ਤੋਂ ਕਠਨ ਸਾਧਨ ਆਪਣੇ ਸੇਵਾਦਾਰਾਂ ਕੋਲੋਂ ਕਰਾਇਆ ਕਰਦੇ ਔਰ ਕਿਹਾ ਕਰਦੇ, ਭਾਈ ਇਹ ਸੰਗਤ ਦੀ ਮਾਇਆ, ਸੰਗਤ ਦੇ ਦਿੱਤੇ ਹੋਏ ਪਦਾਰਥ ਇਹਨਾਂ ਨੂੰ ਖਾਣਾ ਸੌਖਾ ਪਰ ਇਹਨਾਂ ਨੂੰ ਬਈ ਪਹੁੰਚਾਉਣਾ ਬਹੁਤ ਔਖਾ। ਹੋਰ ਵੀ ਕਈ ਵਾਰੀ ਪ੍ਰੀਖਿਆ ਮਹਾਂਪੁਰਸ਼ਾਂ ਨੇ ਕਦੇ ਮਿੱਠਾ ਖਾਣਾ ਬੰਦ ਕਰ ਦੇਣਾ ਔਰ ਕਦੇ ਸਲੂਣੇ ਪਦਾਰਥ ਖਾਣੇ ਬੰਦ ਕਰ ਦੇਣੇ ਔਰ ਬਚਨ ਕਰਨਾ ਕੱਚਾ ਪਿਆਜ਼ ਨਹੀਂ ਖਾਣਾ, ਕਦੇ ਵੀ ਸਬਜ਼ੀਆਂ, ਸਲੂਣੀਆਂ, ਚਟਣੀਆਂ, ਅਚਾਰ ਆਦਿ ਬੰਦ ਕਰ ਦੇਣੇ ਖਾਣੇ। ਇਹ ਮਹਾਂਪੁਰਖ ਤਾਂ ਕਰਿਆ ਕਰਦੇ ਬਈ ਕੋਈ ਵੀ ਪਦਾਰਥਾਂ ਦਾ ਪ੍ਰੇਮੀ ਨਾ ਸਾਡੇ ਕੋਲੇ ਰਹੇ, ਪਰਮਾਰਥ ਦੇ ਰਸਤੇ ਤੇ ਚੱਲਣ ਵਾਲਾ ਰਹੇ ਜਿਹਨੇ ਰਹਿਣਾ, ਪਰਮੇਸ਼ਰ ਦਾ ਭਜਨ ਕਰਨ ਵਾਲਾ ਹੀ ਸਾਡੇ ਕੋਲੇ ਰਹੇ। ਸੋ ਇਹ ਸਾਧੂਆਂ ਦੇ ਕੌਤਕ ਹੋਇਆ ਕਰਦੇ ਆਪਣੇ ਕੋਲ ਰਹਿਣ ਵਾਲਿਆਂ ਨੂੰ ਪਰਖਣ ਦੇ। ਮਹਾਰਾਜ ਮਿਹਰ ਕਰਨ ਜੀ। ਜਿੰਨੇ ਵੀ ਪ੍ਰੇਮੀ ਆਪ ਜੀ ਜੁੜੇ ਹੋਏ, ਦੇਸ਼ ਪ੍ਰਦੇਸ਼ ਦੀ ਸੰਗਤ, ਸਭ ਦਾ ਧੰਨਵਾਦ।
महाराज मेहर करन। इन्हां पवित्र बचनां नूं सुण के आपां अपने जीवन दे विच कमाई करन दा यतन करिए। समा बड़ा कीमती है, ये समा एक बारी बीत जाना, मुड़ के आउणा नहीं। महाराज सच्चे पातशाह गुरु तेग बहादुर साहब जी कहंदे, चेता रखी जे एक काम ना कीता तां तेरा जीवन बिरथा है। बाल जवानी और बिरध फुन तीन अवस्था जान, कहो नानक हर भजन बिन बिरथा सब ही मान। सिमरन भजन कीते तो बिना चाहे तेरा बचपन है, चाहे तेरी जवानी है, चाहे तेरा बुढ़ेपा है, वो बिरथा है। लखां करोड़ां रुपया इकट्ठा कर लै, पर बाणी कहती है जिस दिन संसार तो जाएगा तेरे नाल इन्हां विचों कुछ भी नहीं जाना। नाल की जाऊगा, जह मात पिता सुत मीत ना भाई, मन उहां नाम तेरे संग सहाय। केवल परमेश्वर का नाम उत्थे तेरी सहायता करूगा। जपना चाहिदा। महापुरखा ने जपिया, संसार नूं जपाया। उन्हां दे पवित्र जीवन पवित्र बचन नूं सुन के आपां भी जपिया करिए। गुरु पातशाह किरपा करे। आओ हुण जिन्ने क मिंट रहिंदे गुरु मंत्र दा जाप करिए ते फिर समाप्ति करिए। वाहे गुरु 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 श्लोक पवन गुरु पाणी पिता माता धरत महत दिवस रात दोए दाई दाया खेलै सगल जगत
ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।